ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਿਛਲੀ ਵਾਰ ਅਸੀਂ ਟੌਪਿਕ ਡਿਸਕਸ ਕੀਤਾ ਸੀ ਬੁੱਧਿਜ਼ਮ, ਅਤੇ ਹੁਣ ਮੈਂ ਦਵਿੰਦਰ ਸਿੰਘ ਦੁਬਾਰਾ ਤੋਂ ਫਿਰ ਜੁੜ ਗਿਆ ਇਲੈਕਟ੍ਰਿਕ ਲਰਨਿੰਗ ਚੈਨਲ ਦੇ ਨਾਲ। ਪਿਛਲੀ ਵਾਰ ਜਦੋਂ ਆਪਾਂ ਬੁੱਧਿਜ਼ਮ ਟੌਪਿਕ ਕੀਤਾ ਸੀਗਾ ਤਾਂ ਸਟੂਡੈਂਟਸ ਨੇ ਕਾਫੀ ਅੱਛੇ ਵਿਊਜ਼ ਆਏ, ਕਾਫੀ ਕੁਐਰੀਜ਼ ਵੀ ਆਈਆਂ, ਜਿੰਨੀਆਂ ਕੁ ਹੋ ਸਕੀਆਂ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਕੁੱਲ ਮਿਲਾ ਕੇ ਇੱਕ ਚੰਗਾ ਰਿਸਪੌਂਸ ਸੀ। ਤਾਂ ਜ਼ਿਆਦਾਤਰ ਸਟੂਡੈਂਟਸ ਦੀ ਜਿਹੜੀ ਇਸ ਦੇ ਬਾਰੇ ਡਿਮਾਂਡ ਹੈ ਕਿ ਮਾਡਰਨ ਹਿਸਟਰੀ ਦੇ ਬਾਰੇ ਅਸੀਂ ਕਵਰ ਕਰੀਏ, ਕਿਉਂਕਿ ਮਾਡਰਨ ਹਿਸਟਰੀ ਦੇ ਵਿੱਚੋਂ ਪੰਜਾਬ ਦੇ ਪੇਪਰਾਂ ਵਿੱਚ ਖਾਸ ਕਰਕੇ ਵੱਡਾ ਪੋਰਸ਼ਨ ਮਾਡਰਨ ਹਿਸਟਰੀ ਹੀ ਕਵਰ ਕਰਦੀ ਆ। ਤਾਂ ਅੱਜ ਆਪਾਂ ਫਿਰ ਮਾਡਰਨ ਹਿਸਟਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਆਪਣੀ ਕਾਫੀ ਲੰਬੀ ਇੱਕ ਸੀਰੀਜ਼ ਚੱਲੇਗੀ ਇਸ ਦੀ। ਤਾਂ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਜੀ ਮਾਡਰਨ ਹਿਸਟਰੀ ਬਾਰੇ। ਤਾਂ ਬੇਸਿਕਲੀ ਜਦੋਂ ਆਪਾਂ ਹਿਸਟਰੀ ਦੇ ਵਿੱਚ ਗੱਲ ਕਰਦੇ ਹਾਂ ਮਾਡਰਨ, ਮਿਡੀਵਲ, ਐਂਸ਼ੈਂਟ, ਇਹ ਆਪਣੀ ਸੁਵਿਧਾ ਲਈ ਬਣਾਏ ਹੋਏ ਸਾਡੇ ਹਿਸਟਰੀ ਦੇ ਪਾਰਟ ਹਨ। ਅਸੀਂ ਕਦੇ ਵੀ ਹਿਸਟਰੀ ਨੂੰ ਕੰਪਾਰਟਮੈਂਟਲਾਈਜ਼ ਨਹੀਂ ਕਰ ਸਕਦੇ ਬਿਲਕੁਲ ਐਗਜ਼ੈਕਟ ਕਿ ਹਾਂ ਆਹੀ ਪੀਰੀਅਡ ਮਾਡਰਨ ਹੈ, ਆਹੀ ਪੀਰੀਅਡ ਮਿਡੀਵਲ ਹੈ ਜਾਂ ਆਹੀ ਪੀਰੀਅਡ ਐਂਸ਼ੈਂਟ ਹੈ। ਜਿਸ ਤਰ੍ਹਾਂ ਇੱਕ ਕਹਾਣੀ ਚੱਲਦੀ ਹੈ, ਹਿਸਟਰੀ ਵੀ ਇਸੇ ਤਰ੍ਹਾਂ ਲਗਾਤਾਰ ਚੱਲਦੀ ਹੈ, ਲਗਾਤਾਰਤਾ ਦੇ ਵਿੱਚ ਹੈ। ਕੋਈ ਇਸ ਦੇ ਵਿੱਚ ਕੰਪਾਰਟਮੈਂਟਸ ਨਹੀਂ ਹਨ ਮਾਡਰਨ ਮਿਡੀਵਲ ਦੇ। ਹਾਂ, ਪਰ ਕਿਤੇ ਨਾ ਕਿਤੇ ਜਾ ਕੇ ਪੂਰਾ ਇਰਾ ਦਾ ਇਰਾ ਚੇਂਜ ਹੁੰਦਾ ਹੈ। ਇਸੇ ਲਈ ਇਹ ਤਿੰਨ ਇਰਾ ਬਣਾਏ ਗਏ ਨੇ, ਐਂਸ਼ੈਂਟ, ਮਿਡੀਵਲ ਅਤੇ ਮਾਡਰਨ। ਤਾਂ ਬੇਸਿਕਲੀ ਜਦੋਂ ਆਪਾਂ ਮਾਡਰਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਸ ਦੀਆਂ ਜੜ੍ਹਾਂ ਤਲਾਸ਼ਣ ਲਈ ਮਿਡੀਵਲ ਦੇ ਵਿੱਚ ਜਾਣਾ ਪਵੇਗਾ। ਠੀਕ ਹੈ ਜੀ। ਮਾਡਰਨ ਹਿਸਟਰੀ ਦੀ ਜੇ ਇੰਡੀਆ ਦੇ ਇਤਿਹਾਸ ਦੇ ਸੰਬੰਧ ਵਿੱਚ ਗੱਲ ਕਰੀਏ, ਸ਼ੁਰੂਆਤ ਮੰਨੀ ਜਾਂਦੀ ਹੈ ਜੀ ਯੂਰਪੀਅਨਸ ਦੇ ਇੰਡੀਆ ਦੇ ਵਿੱਚ ਆਉਣ ਤੋਂ। ਜਦੋਂ ਯੂਰਪੀਅਨਸ ਨੇ ਪਹਿਲਾਂ ਵੀ ਆ ਰਹੇ ਸੀ, ਸੀ ਰੂਟ ਦੇ ਥਰੂ ਇੰਡੀਆ ਦੇ ਵਿੱਚ ਆਉਣਾ ਸ਼ੁਰੂ ਕੀਤਾ। ਠੀਕ ਹੈ ਜੀ। ਤਾਂ ਸ਼ੁਰੂ ਕਰਦੇ ਹਾਂ ਜੀ ਟੌਪਿਕ ਆਪਣਾ ਐਡਵੈਂਟ ਆਫ ਯੂਰਪੀਅਨਸ। ਐਡਵੈਂਟ ਆਫ ਯੂਰਪੀਅਨਸ ਲਗਭਗ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਾਸਕੋ ਡੀ ਗਾਮਾ, ਜੇ ਨਹੀਂ ਪਤਾ ਤਾਂ ਜਾਣ ਲਓ ਕਿ ਵਾਸਕੋ ਡੀ ਗਾਮਾ ਭਾਰਤ ਆਇਆ 1498 ਦੇ ਵਿੱਚ। ਇਹ ਪਹਿਲਾ ਯੂਰਪੀਅਨ ਸੀ ਜੋ ਸਮੁੰਦਰੀ ਰਸਤੇ ਭਾਰਤ ਆਇਆ। ਇਹ ਤਾਂ ਹੈ ਬਿਲਕੁਲ ਜੇ ਅਸੀਂ ਸ਼ੁਰੂ ਕਰ ਲਈਏ, ਪਰ ਕੀ ਕਾਰਨ ਰਹੇ, ਕਿਉਂ ਉਹ ਭਾਰਤ ਆਇਆ, ਸੀ ਰੂਟ ਕਿਵੇਂ ਲੱਭਿਆ ਗਿਆ, ਇਸ ਦੇ ਬਾਰੇ ਪਹਿਲਾਂ ਆਪਾਂ ਥੋੜ੍ਹਾ ਜਾਣਨ ਦੀ ਕੋਸ਼ਿਸ਼ ਕਰਾਂਗੇ। ਤਾਂ ਦੇਖੋ ਜੀ, ਪੜ੍ਹ ਅਸੀਂ ਮਾਡਰਨ ਹਿਸਟਰੀ ਰਹੇ ਹਾਂ। ਸ਼ੁਰੂਆਤ ਕਰਾਂਗੇ ਆਪਾਂ ਸਾਲ 1498 ਤੋਂ। ਅਤੇ 1498 ਦੀਆਂ ਜੇ ਘਟਨਾਵਾਂ ਦੇ ਅਸੀਂ ਕਾਰਨ ਜਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਇਦੋਂ ਵੀ ਪਿੱਛੇ ਜਾਣਾ ਪਵੇਗਾ। ਇਦੋਂ ਵੀ ਪਿੱਛੇ ਤੁਸੀਂ ਜੇ ਇਹਦੇ ਲਈ ਇੱਕ ਰੈਫਰੈਂਸ ਲੈਣਾ ਚਾਹੋ ਤਾਂ 1469 ਜਿਹੜੀ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਯਾਦ ਹੋਵੇਗਾ, ਗੁਰੂ ਨਾਨਕ ਦੇਵ ਜੀ ਦਾ ਜਨਮ ਸਾਲ ਹੈ। ਤਾਂ ਮਾਡਰਨ ਸ਼ੁਰੂ ਕਰਨ ਲਈ ਅਸੀਂ ਮਿਡੀਵਲ ਦੇ ਬਿਲਕੁਲ ਵਿਚਕਾਰ ਪਹੁੰਚ ਗਏ ਹਾਂ। ਠੀਕ ਹੈ ਜੀ। ਤਾਂ ਹੁਣ ਅਸੀਂ ਇਹ ਸ਼ੁਰੂ ਕਰਦੇ ਹਾਂ ਜੀ 1453 ਸਾਲ ਤੋਂ। 1453 ਦਾ ਜਿਹੜਾ ਸਾਲ ਸੀ ਇਹ ਬੜਾ ਇੰਪੋਰਟੈਂਟ ਸਾਲ ਸੀ ਸੰਸਾਰ ਦੇ ਇਤਿਹਾਸ ਲਈ। ਮੈਂ ਸਿਰਫ ਭਾਰਤ ਦੇ ਇਤਿਹਾਸ ਲਈ ਨਹੀਂ ਕਹੂੰਗਾ, ਇਸ ਨੂੰ ਸੰਸਾਰ ਦੇ ਇਤਿਹਾਸ ਲਈ ਕਹੂੰਗਾ। ਕਿਉਂ ਕਿਹਾ ਜਾਂਦਾ ਹੈ? ਕਿਉਂਕਿ 1453 ਦੇ ਵਿੱਚ ਇੱਕ ਬੜਾ ਮਸ਼ਹੂਰ ਸ਼ਹਿਰ ਹੈ ਜੀ ਕੌਂਸਟੈਂਟੀਨੋਪਲ। ਅੱਜ ਦੇ ਮੌਜੂਦਾ ਤੁਰਕੀ ਦਾ ਸ਼ਹਿਰ ਹੈ, ਜਿਸ ਨੂੰ ਅਸੀਂ ਇਸਤਾਨਬੁਲ ਨਾਂ ਤੋਂ ਜਾਣਦੇ ਹਾਂ। ਕੁਸਤਨਤਾਨੀਆ ਵੀ ਕਿਹਾ ਜਾਂਦਾ, ਇਸ ਨੂੰ ਹਿੰਦੀ 'ਚ ਕੌਂਸਟੈਂਟੀਨੋਪਲ ਕਿਹਾ ਜਾਂਦਾ ਹੈ ਇੰਗਲਿਸ਼ ਦੇ ਵਿੱਚ। ਇਹ ਸ਼ਹਿਰ ਸੀ ਜਿਹੜਾ ਕਿਸੇ ਸਮੇਂ ਰੋਮ ਸਾਮਰਾਜ ਦੀ ਰਾਜਧਾਨੀ ਰਿਹਾ ਸੀ। 1453 ਦੇ ਵਿੱਚ ਇਹ ਸ਼ਹਿਰ 'ਤੇ ਆਟੋਮਨ ਤੁਰਕਾਂ ਨੇ, ਉਸ ਸਮੇਂ ਦੇ ਜੋ ਮੁਸਲਿਮ ਮੇਜਰ ਰਾਈਜ਼ਿੰਗ ਮੁਸਲਿਮ ਪਾਵਰ ਸੀ ਆਟੋਮਨ ਤੁਰਕਸ, ਉਹਨਾਂ ਨੇ ਬਿਜ਼ੰਟੀਨ ਐम्पायर ਜੋ ਰੋਮਨ ਐम्पायर ਦਾ ਹੀ ਇੱਕ ਅੰਗ ਸੀ, ਹੌਲੀ ਹੌਲੀ ਲੁਪਤ ਹੁੰਦਾ ਜਾ ਰਿਹਾ ਸੀ, ਉਹਨਾਂ ਨੂੰ ਹਰਾ ਕੇ ਕੌਂਸਟੈਂਟੀਨੋਪੋਲ 'ਤੇ ਕਬਜ਼ਾ ਕਰ ਲਿਆ। ਪੂਰੇ ਵਿਸ਼ਵ ਦੇ ਇਤਿਹਾਸ ਦੀ ਧਾਰਾ ਬਦਲ ਗਈ ਇਸ ਨਾਲ, ਅਤੇ ਮੁਸਲਿਮ ਪਾਵਰ ਦਾ ਰਾਈਜ਼ ਹੁਣ ਵੱਡੇ ਪੱਧਰ 'ਤੇ ਹੋਣ ਲੱਗਿਆ। ਠੀਕ ਹੈ ਜੀ। ਬੇਸਿਕਲੀ ਜੇ ਅਸੀਂ ਆਪਣੇ ਦੇਸ਼ ਬਾਰੇ ਗੱਲ ਕਰੀਏ ਤਾਂ ਮੈਂ ਹਲਕਾ ਜਿਹਾ ਇੰਡੀਆ ਦਾ ਨਕਸ਼ਾ ਬਣਾਵਾਂ ਜੀ। ਇਹ ਲਗਭਗ ਰਫ ਜੀ ਫਿਗਰ ਹੈ ਇੰਡੀਆ ਦੇ ਨਕਸ਼ੇ ਦੀ। ਇੱਧਰਲੇ ਪਾਸੇ ਇੰਡੀਆ ਹਿਮਾਲਿਆ ਨਾਲ ਘਿਰਿਆ ਹੋਇਆ, ਇੱਧਰ ਹੈ ਜੀ ਬੰਗਾਲ ਦੀ ਖਾੜੀ, ਇੱਧਰਲੇ ਪਾਸੇ ਜੀ ਅਰੇਬੀਅਨ ਸੀ। ਹੁਣ ਆਪਾਂ ਇੰਡੀਆ ਦੀ ਗੱਲ ਕਰ ਰਹੇ ਹਾਂ ਜਦੋਂ ਇੱਥੇ, ਤਾਂ ਇਹਦੇ ਵਿੱਚ ਮਾਡਰਨ ਪਾਕਿਸਤਾਨ ਵੀ
ਸ਼ਾਮਲ ਹੈ। ਠੀਕ ਹੈ, ਬੰਗਲਾਦੇਸ਼ ਵੀ ਸ਼ਾਮਲ ਹੈ। ਤਾਂ ਉਸ ਸਮੇਂ ਦੇ ਇੰਡੀਆ ਦੀ ਗੱਲ ਕਰ ਰਿਹਾ। ਤਾਂ ਹੁਣ ਜੇ ਅਸੀਂ ਧਿਆਨ ਨਾਲ ਦੇਖੀਏ, 3 ਤਰਫ ਤੋਂ ਕੁਦਰਤੀ ਰੋਕਾਂ ਨੇ ਭਾਰਤ ਦੇ ਆਲੇ ਦੁਆਲੇ, ਤਾਂ ਕਿਹੜਾ ਜਿਹੜਾ ਇੱਕੋ ਹੀ ਵੇ ਬਚਦਾ ਹੈ, ਉਹ ਬਚਦਾ ਹੈ ਜੀ ਵੈਸਟ ਵਾਲੇ ਪਾਸਿਓਂ, ਪਾਕਿਸਤਾਨ ਵਾਲੇ ਪਾਸਿਓਂ, ਜਿੱਥੇ ਹੈ ਮਸ਼ਹੂਰ ਖੈਬਰ ਪਾਸ। ਪਹਾੜਾਂ ਦੇ ਵਿੱਚ ਇਹ ਪਾਸ ਹੈ। ਇੱਧਰ ਦੇਖੋ ਜੀ, ਇੱਧਰੋਂ ਵੀ ਕਵਰ ਹੈ ਇੰਡੀਆ, ਪਾਮੀਰ ਨੋਟ ਹੈ ਜੀ, ਹਿੰਦੂ ਕੁਸ਼ ਰੇਂਜ ਹੈ, ਇੱਧਰ ਉੱਚੇ ਪਰਬਤ ਨੇ, ਕਾਰਾਕੋਰਮ ਰੇਂਜ ਹੈ ਹਿਮਾਲਿਆ। ਤਾਂ ਇੱਕੋ ਇੱਕ ਰਾਹ ਬਚਦਾ ਹੈ ਬਾਹਰਲੇ ਲੋਕਾਂ ਲਈ ਇੰਡੀਆ ਦੇ ਵਿੱਚ ਆਉਣ ਲਈ, ਉਹ ਹੈ ਖੈਬਰ ਪਾਸ ਦੇ ਥਰੂ ਜਾਂ ਮਾਡਰਨ ਪੰਜਾਬ ਦੇ ਥਰੂ। ਇਸੇ ਕਰਕੇ ਪੰਜਾਬ ਨੂੰ ਦੇਸ਼ ਦਾ ਦਰਵਾਜ਼ਾ ਕਿਹਾ ਜਾਂਦਾ ਸੀ। ਤਾਂ ਜਿਹੜਾ ਇੰਡੀਆ ਦਾ ਵਪਾਰ ਹੁੰਦਾ ਸੀਗਾ ਸਾਰਾ ਵੈਸਟ ਦੇ ਨਾਲ, ਉਹ ਵੀ ਕਿੱਥੋਂ ਹੁੰਦਾ ਸੀ? ਇਸੇ ਲੈਂਡ ਰੂਟ ਦੇ ਥਰੂ ਹੁੰਦਾ ਸੀ। ਠੀਕ ਹੈ ਜੀ। ਪਰ 1453 ਦੇ ਵਿੱਚ ਜਦੋਂ ਮੁਸਲਿਮਸ ਪਾਵਰਸ ਨੇ, ਟਰਕਸ ਨੇ, ਅਰਬਸ ਨੇ, ਇਹ ਸਾਰਾ ਏਰੀਆ ਈਰਾਨ, ਇਰਾਕ, ਤੁਰਕੀ ਤੱਕ ਦਾ ਏਰੀਆ ਡੋਮੀਨੇਟ ਕਰਨਾ ਸ਼ੁਰੂ ਕਰ ਦਿੱਤਾ। ਤਾਂ ਜਿਹੜਾ ਲੈਂਡ ਰੂਟ ਸੀ ਇੰਡੀਆ ਤੇ ਯੂਰਪ ਨੂੰ ਕਨੈਕਟ ਕਰਦਾ ਸੀ, ਉਹਦੇ 'ਤੇ ਮੁਸਲਿਮਾਂ ਦਾ ਏਕਾਧਿਕਾਰ ਹੋਣ ਕਰਕੇ ਯੂਰਪ ਨੂੰ ਇੰਡੀਆ ਨਾਲ ਡਾਇਰੈਕਟ ਵਪਾਰ ਕਰਨਾ ਬਹੁਤ ਔਖਾ ਹੋ ਗਿਆ। ਠੀਕ ਹੈ, ਕਿਉਂਕਿ ਯੂਰਪ ਦੇ ਵਿੱਚ ਕੀ ਆ, ਜ਼ਿਆਦਾਤਰ ਕ੍ਰਿਸਚੀਅਨ ਰਾਜੇ ਸਨ, ਕਿੰਗ ਸਨ, ਅਤੇ ਮੁਸਲਿਮ ਅਤੇ ਕ੍ਰਿਸਚੀਅਨ ਦਾ ਸ਼ੁਰੂ ਤੋਂ ਹੀ ਜੇ ਆਪਾਂ ਕਹੀਏ ਟਸਲ ਜਾਂ ਰਾਈਵਲਰੀ ਚੱਲਦੀ ਆਈ ਹੈ। ਤਾਂ ਇਸ ਕਾਰਨ ਜਿਹੜਾ ਇੰਡੀਆ ਦਾ ਲੈਂਡ ਟ੍ਰੇਡ ਰੂਟ ਸੀ, ਉਹਦੇ 'ਤੇ ਕੀ ਸੀ, ਹੁਣ ਪਹਿਲਾ ਵੱਡਾ ਕਾਰਨ ਨਿਕਲ ਕੇ ਆਉਂਦਾ, ਜਿਹਦੇ ਕਰਕੇ ਸਮੁੰਦਰ ਦੇ ਥਰੂ ਇਹਨਾਂ ਨੂੰ ਆਉਣਾ ਪਿਆ। ਲੈਂਡ ਰੂਟ 'ਤੇ ਹੁਣ ਮੁਸਲਿਮਸ ਦੇ ਅਧੀਨ ਆ ਚੁੱਕਿਆ ਸੀ। ਇਸ ਘਟਨਾ ਤੋਂ ਬਾਅਦ 1453 ਦੀ ਜਿਹੜੀ ਮਹੱਤਵਪੂਰਨ ਘਟਨਾ ਸੀ, ਕੌਂਸਟੈਂਟੀਨੋਪੋਲ 'ਤੇ ਆਟੋਮਨ ਸਾਮਰਾਜ ਦਾ ਕਬਜ਼ਾ ਸੀ। ਠੀਕ ਹੈ, ਇਹ ਹੋ ਗਿਆ ਜੀ ਪਹਿਲਾ ਕਾਰਨ। ਪਹਿਲਾ ਕਾਰਨ ਹੋ ਗਿਆ ਕਿ ਲੈਂਡ ਰੂਟ ਸੀ ਉਹ ਆਕੂਪਾਈ ਹੋ ਗਿਆ। ਹੁਣ ਜਿਹੜਾ ਦੂਜਾ ਕਾਰਨ ਸੀ ਕਿ ਜਿਹੜੇ ਵਿਚਾਲੇ ਇੰਟਰਮੀਡੀਏਟਰੀ ਆ ਗਏ, ਅਰੇਬੀਅਨਸ ਆ ਗਏ ਜਾਂ ਟਰਕਸ ਆ ਗਏ, ਵਪਾਰ ਹਜੇ ਵੀ ਚੱਲ ਰਿਹਾ, ਪਰ ਉਹ ਵਿਚਕਾਰ ਚੀਜ਼ਾਂ ਦੀ ਕੀਮਤ ਬਹੁਤ ਜ਼ਿਆਦਾ ਵਧਾ ਦਿੰਦੇ ਹਨ। ਕਿਵੇਂ ਵਧਾ ਦਿੰਦੇ ਹਨ? ਹੁਣ ਇੰਡੀਆ ਦੇ ਵੈਸਟ ਕੋਸਟ ਤੋਂ ਸਪਾਈਸਿਸ ਟਰੇਡ ਹੁੰਦੇ ਨੇ ਯੂਰਪ ਵੱਲੀ। ਇੱਥੋਂ ਜੇ ਸਪਾਈਸਿਸ 1 ਰੁਪਏ ਕਿਲੋ ਚੱਲਦਾ, ਤਾਂ ਵਿਚਾਲੇ ਅਰਬਸ ਆ ਗਏ, ਇਹ ਰੇਟ ਚੱਕ ਦਿੰਦੇ ਹਨ। ਅੱਗੇ ਜਾ ਕੇ ਵੈਨਿਸ ਅਤੇ ਹੋਰ ਯੂਰਪ ਦੀਆਂ ਜਿਹੜੇ ਪੋਰਟਸ ਆ ਗਏ, ਉੱਥੇ ਰੇਟ ਚੱਕਿਆ ਜਾਂਦਾ। ਤਾਂ ਜਦੋਂ ਤੱਕ ਇਹ ਬਿਲਕੁਲ ਫਾਰ ਵੈਸਟ ਦੇ ਵਿੱਚ ਪੁਰਤਗਾਲ ਜਾਂ ਸਪੇਨ ਤੱਕ ਪਹੁੰਚਦਾ, ਚੀਜ਼ਾਂ ਦੇ ਰੇਟ 10-10 ਗੁਣਾ ਵੱਧ ਜਾਂਦੇ ਸਨ। ਠੀਕ ਹੈ ਜੀ, ਤਾਂ ਬਹੁਤ ਜ਼ਿਆਦਾ ਪ੍ਰੋਫਿਟ ਹੁੰਦਾ ਸੀਗਾ ਅਰੇਬੀਅਨ ਟਰੇਡਰਸ ਨੂੰ, ਮੁਸਲਿਮ ਟਰੇਡਰਸ ਨੂੰ ਇਸ ਦੇ ਵਿੱਚੋਂ, ਅਤੇ ਯੂਰਪ ਦੇ ਵਿੱਚ ਉਹ ਚੀਜ਼ਾਂ ਬਹੁਤ ਮਹਿੰਗੀਆਂ ਸਨ। ਤੀਜੀ ਚੀਜ਼ ਜਿਹਨੇ ਵਾਸਕੋ ਡੀ ਗਾਮਾ ਨੂੰ ਭਾਰਤ ਸਮੁੰਦਰੀ ਰਸਤੇ ਆਉਣ ਲਈ ਮਜਬੂਰ ਕੀਤਾ, ਕਿ ਉਸ ਸਮੇਂ ਦੇ ਜਿਹੜੇ ਧਾਰਮਿਕ ਸੰਘਰਸ਼ ਸਨ। ਧਾਰਮਿਕ ਸੰਘਰਸ਼ ਕੀ ਸਨ? ਕਿ ਮੁਸਲਿਮ ਪਾਵਰ ਰਾਈਜ਼ 'ਤੇ ਸੀ, ਅਤੇ ਇਟਲੀ ਦੇ ਵਿੱਚ ਬੈਠਾ ਪੋਪ, ਕਿਉਂਕਿ ਸ਼ੁਰੂ ਤੋਂ ਹੀ ਜੇ ਕਰੂਸੇਡ ਦੇ ਟਾਈਮ ਤੋਂ ਦੇਖੋ ਤਾਂ ਮੁਸਲਿਮ ਅਤੇ ਕ੍ਰਿਸਚੀਅਨ ਪਾਵਰ ਦੇ ਵਿੱਚ ਸੰਘਰਸ਼ ਚੱਲ ਰਿਹਾ, ਤਾਂ ਉਹ ਮੁਸਲਿਮ ਸੁਪਰਮੇਸੀ ਨੂੰ ਕਾਊਂਟਰ ਕਰਨਾ ਚਾਹੁੰਦਾ ਸੀ। ਇਸੇ ਕਰਕੇ ਸਪੇਨ ਜਾਂ ਪੁਰਤਗਾਲ ਦੇ ਜਿਹੜੇ ਰਾਜੇ ਸੀ, ਜਿਹੜੇ ਪੋਪ ਦੇ ਅਧੀਨ ਸਨ, ਜਿਨ੍ਹਾਂ ਦੇ ਮਨ ਵਿੱਚ ਬੜੀ ਇਹ ਤਮੰਨਾ ਸੀ ਕਿ ਕ੍ਰਿਸਚੀਅਨਟੀ ਨੂੰ ਭਾਰਤ ਤੱਕ ਜਾਂ ਦੁਨੀਆ ਦੇ ਹਰ ਕੋਨੇ ਤੱਕ ਫੈਲਾਇਆ ਜਾਵੇ, ਤਾਂ ਉਹ ਭਾਰਤ ਨਾਲ ਇੱਕ ਡਾਇਰੈਕਟ ਰੂਟ ਲੱਭਣਾ ਚਾਹੁੰਦੇ ਸਨ, ਬੜੀ ਹੀ ਮਤਲਬ ਸ਼ਿੱਦਤ ਦੇ ਨਾਲ। ਇੱਥੋਂ ਤੱਕ ਕਿ ਜਿਹੜਾ ਪੁਰਤਗਾਲ ਦਾ ਉਸ ਸਮੇਂ ਦਾ ਰਾਜਾ ਸੀ ਹੈਨਰੀ, ਉਹਨੂੰ ਨੈਵੀਗੇਟਰ ਕਿਹਾ ਜਾਂਦਾ ਹੈ। ਉਹਦਾ ਇੱਕ ਦਿਲੋਂ ਸੁਪਨਾ ਸੀ ਕਿ ਭਾਰਤ ਨਾਲ ਸੀ ਰੂਟ ਲੱਭਿਆ ਜਾਵੇ। ਬਹੁਤ ਜ਼ਿਆਦਾ ਉਹਨੇ ਫੰਡਿੰਗ ਕੀਤੀ, ਬਹੁਤ ਸਾਰੇ ਵੋਇਜਸ ਦੀ, ਬਹੁਤ ਸਾਰੇ ਸ਼ਿਪਸ ਦੀ, ਕਿ ਸਿੱਧਾ ਡਾਇਰੈਕਟ ਰੂਟ ਲੱਭਿਆ ਜਾਵੇ। ਤੀਜਾ ਜਿਹੜਾ ਵੱਡਾ ਕਾਰਨ ਅਸੀਂ ਦੇਖਦੇ ਹਾਂ ਕਿ ਰੈਨੇਸੇ ਦਾ ਪੀਰੀਅਡ ਸੀ, ਪੁਨਰ ਜਾਗਰਣ ਦਾ ਦੌਰ ਸੀ ਯੂਰਪ ਦੇ ਵਿੱਚ। ਪਹਿਲਾਂ ਯੂਰਪ ਰੋਮ ਸਾਮਰਾਜ ਦੇ ਸਮੇਂ ਸ਼ੁਰੂ 'ਚ ਲਾ ਲਓ ਤੁਸੀਂ 200-300 AD ਦੇ ਵਿੱਚ ਇੱਕ ਬਹੁਤ ਵੱਡੀ ਪੋਲੀਟੀਕਲ ਅਤੇ ਆਰਥਿਕ ਪਾਵਰ ਸੀ, ਪਰ ਜਿਵੇਂ ਰੋਮ ਸਾਮਰਾਜ ਵਿਖਰਨਾ ਸਟਾਰਟ ਹੋਇਆ, ਯੂਰਪ ਦੁਬਾਰਾ ਐਗਰੇਰੀਅਨ ਇਕੋਨਮੀ ਬਣੀ ਮੁੜ ਗਿਆ। ਹੁਣ 14ਵੀਂ-15ਵੀਂ ਸਦੀ ਦੇ ਵਿੱਚ ਆ ਕੇ ਪੁਨਰ ਜਾਗਰਣ ਹੋ ਰਿਹਾ, ਨਵੀਆਂ ਸਾਇੰਟੀਫਿਕ ਖੋਜਾਂ ਹੋ ਰਹੀਆਂ ਹਨ ਆਰਟ ਦੇ ਖੇਤਰ ਵਿੱਚ। ਜਿੰਨੀਆਂ ਵੀ ਯੂਰਪ ਦੇ ਬਾਰੇ ਅਸੀਂ ਚੀਜ਼ਾਂ ਜਾਣਦੇ ਹਾਂ, ਲਿਓਨਾਰਡੋ ਦਾ ਵਿੰਚੀ ਬਾਰੇ ਅਸੀਂ ਸੁਣਿਆ, ਚੰਗੇ ਚਿੱਤਰਕਾਰ ਉੱਠ ਰਹੇ ਨੇ, ਨਵੀਆਂ ਚੀਜ਼ਾਂ ਬਾਰੇ ਲਿਖਿਆ ਜਾ ਰਿਹਾ, ਨਵੇਂ ਰਾਈਟਰ ਉੱਠ ਰਹੇ ਨੇ, ਇੱਕ ਨਵੀਂ ਵਿਚਾਰਧਾਰਾ ਉੱਠ ਰਹੀ ਹੈ ਜਿਹਨੂੰ ਰੈਨੇਸੇ ਕਿਹਾ ਜਾਂਦਾ ਹੈ ਜਾਂ ਪੁਨਰ ਜਾਗਰਣ ਕਿਹਾ ਜਾਂਦਾ ਹੈ। ਤਾਂ ਉਹਦੇ ਕਾਰਨ ਹੁਣ ਸਾਇੰਟੀਫਿਕ ਟੈਕਨੋਲੋਜੀ ਵੀ ਵੱਧ ਰਹੀ ਹੈ,
ਸਾਇੰਟੀਫਿਕ ਟੈਕਨੋਲੋਜੀ ਵੱਧ ਰਹੀ ਆ, ਸ਼ਿਪ ਬਿਲਡਿੰਗ, ਨੈਵੀਗੇਸ਼ਨ ਦੇ ਵਿੱਚ ਬੜਾ ਸੁਧਾਰ ਆ ਰਿਹਾ। ਤਾਂ ਇਹ ਸਾਰੀਆਂ ਚੀਜ਼ਾਂ ਕੁੱਲ ਮਿਲਾ ਕੇ ਫੈਕਟਰ ਕੰਟਰੀਬਿਊਟ ਕਰਦੀਆਂ ਨੇ ਕਿ ਇੰਡੀਆ ਵੱਲੋਂ ਇੱਕ ਸੀ ਰੂਟ ਲੱਭਿਆ ਜਾਵੇ ਤਾਂ ਕਿ ਜਿਹੜੀ ਮੁਸਲਿਮਸ ਦੀ ਡੋਮੀਨੇਸ਼ਨ ਆ ਟ੍ਰੇਡ ਦੇ ਵਿੱਚ ਉਹਨੂੰ ਕਾਊਂਟਰ ਕੀਤਾ ਜਾ ਸਕੇ। ਠੀਕ ਹੈ ਜੀ। ਹੁਣ ਜੇ ਤੁਸੀਂ ਇੰਡੀਆ ਦੇ ਭੂਗੋਲਿਕ ਹਾਲਾਤਾਂ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਰੱਖਦੇ ਹੋ, ਦੇਖੋ ਪਹਿਲਾਂ ਵੀ ਮੈਂ ਕਈ ਵਾਰੀ ਗੱਲ ਕੀਤੀ ਆ ਕਿ ਕੋਈ ਵੀ ਸਬਜੈਕਟ ਵੈਕਿਊਮ ਦੇ ਵਿੱਚ ਨਹੀਂ ਪੜ੍ਹਿਆ ਜਾ ਸਕਦਾ। ਜੇ ਕੋਈ ਬੰਦਾ ਕਹਿੰਦਾ ਕਿ ਮੇਰੀ ਹਿਸਟਰੀ ਬਹੁਤ ਚੰਗੀ ਆ ਪਰ ਮੇਰੀ ਜੀਓਗ੍ਰਾਫੀ ਵਧੀਆ ਨਹੀਂ ਹੈਗੀ, ਤਾਂ ਇਹ ਫੈਕਚੁਅਲੀ ਗਲਤ ਆ। ਜੇ ਤੁਸੀਂ ਹਿਸਟਰੀ ਚੰਗੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜੀਓਗ੍ਰਾਫੀ ਆਟੋਮੈਟਿਕ ਹੀ ਚੰਗੀ ਕਰਨੀ ਪਊਗੀ ਜਾਂ ਤੁਹਾਡੀ ਹੋ ਜਾਊਗੀ। ਇਸੇ ਤਰ੍ਹਾਂ ਜੇ ਤੁਸੀਂ ਜੀਓਗ੍ਰਾਫੀ ਪੜ੍ਹਨ ਜਾਓਗੇ ਤਾਂ ਤੁਹਾਨੂੰ ਹਿਸਟਰੀ ਦੇ ਵਿੱਚ ਵੀ ਬਹੁਤ ਜ਼ਿਆਦਾ ਕੰਮ ਆਊਗੀ। ਬੇਸਿਕਲੀ ਹਰੇਕ ਸਬਜੈਕਟ ਹੀ ਵੈਸੇ ਤਾਂ ਜੁੜਿਆ ਹੋਇਆ ਹੈ, ਪਰ ਜੀਓਗ੍ਰਾਫੀ ਤੇ ਹਿਸਟਰੀ ਨੂੰ ਅਲੱਗ ਕਰਨਾ ਬਿਲਕੁਲ ਨਾਮੁਮਕਿਨ ਦੀ ਤਰ੍ਹਾਂ। ਠੀਕ ਹੈ ਜੀ। ਆਪਾਂ ਇੰਡੀਆ ਬਣਾਇਆ ਸੀਗਾ, ਮੰਨ ਲਓ ਆ ਇੰਡੀਆ। ਠੀਕ ਹੈ ਜੀ। ਤਾਂ ਇਸ ਤਰਫ ਯੂਰਪ ਦੇ ਜਿਹੜੇ ਕੌਂਟੀਨੈਂਟਸ ਨੇ, ਯੂਰਪ ਕੌਂਟੀਨੈਂਟ ਆ ਜੀ, ਯੂਰਪ ਦੇ ਕੰਟਰੀਜ਼ ਨੇ। ਠੀਕ ਹੈ ਜੀ। ਵਿਚਕਾਰ ਕੀ ਆ? ਅਫਰੀਕਾ। ਠੀਕ ਹੈ ਜੀ। ਆ ਸਾਰਾ ਲੈਂਡ ਨਾਲ ਜੁੜਿਆ ਹੋਇਆ। ਠੀਕ ਹੈ ਜੀ। ਆ ਸੀ ਰੂਟ ਆ। ਹੁਣ ਤਾਂ ਆਪਾਂ ਨੂੰ ਪਤਾ ਲੱਗ ਰਿਹਾ, ਪਰ ਪੁਰਾਣੇ ਸਮੇਂ ਵਿੱਚ ਕਿਸੇ ਨੂੰ ਨਹੀਂ ਪਤਾ ਸੀਗਾ। ਇੱਧਰ ਕੰਟਰੀ ਰਹਿ ਜਾਂਦੇ ਨੇ ਸਪੇਨ ਤੇ ਪੁਰਤਗਾਲ। ਬੇਸਿਕਲੀ ਕਰਨਾ ਕੀ ਸੀ ਕਿ ਇੱਥੋਂ ਉੱਠ ਕੇ ਸਾਰੇ ਅਫਰੀਕਾ ਤੋਂ ਚੱਕਰ ਮਾਰਦੇ ਹੋਏ ਭਾਰਤ ਦੇ ਵੈਸਟ ਕੋਸਟ ਤੇ ਪਹੁੰਚਣਾ ਸੀ ਇਹਨਾਂ ਨੇ। ਤਾਂ ਹੁਣ ਵੱਡੀਆਂ ਵੱਡੀਆਂ ਵੋਏਜਸ ਸਟਾਰਟ ਕੀਤੀਆਂ ਜਾ ਰਹੀਆਂ ਹਨ। ਕੌਣ ਨੇ ਇਹਦੇ ਵਿੱਚ ਫੰਡਿੰਗ ਕਰਨ ਵਿੱਚ? ਉਸ ਸਮੇਂ ਦੇ ਜਿਹੜੇ ਪ੍ਰਾਈਮ ਦੇਸ਼ ਸਨ, ਸਪੇਨ ਤੇ ਪੁਰਤਗਾਲ। ਇੰਗਲਿਸ਼ ਤੇ ਫਰੈਂਚ ਬਹੁਤ ਬਾਅਦ 'ਚੋਂ ਆਉਂਦੇ ਹਨ। ਨੈਵੀਗੇਸ਼ਨ ਦੀ ਜਿਹੜੀ ਸ਼ੁਰੂਆਤ ਹੈ, ਦੂਰ ਦੂਰ ਜਹਾਜ਼ ਭੇਜਣੇ, ਨਵੀਆਂ ਧਰਤੀਆਂ ਲੱਭਣ ਦੀ ਸ਼ੁਰੂਆਤ ਸਪੇਨ ਤੋਂ ਹੋਈ ਆ। ਈਵਨ ਐਫ ਕੇ ਸੰਸਾਰ ਦੇ ਇਤਿਹਾਸ ਦੇ ਵਿੱਚ ਸਾਨੂੰ ਯਾਦ ਹੋਵੇਗਾ ਕਿ 1492 ਦੇ ਵਿੱਚ ਕੋਲੰਬਸ ਨੇ ਅਮਰੀਕਾ ਦੀ ਖੋਜ ਕੀਤੀ ਸੀ। ਬੇਸਿਕਲੀ ਉਹ ਵੀ ਕੀ ਸੀ ਕਿ ਇੰਡੀਆ ਲੱਭਣ ਹੀ ਚੱਲਿਆ ਸੀ ਸਪੇਨ ਦੇ ਰਾਜੇ ਦੇ ਅਧਿਕਾਰ ਤੇ, ਪਰ ਉਹ ਉਲਝ ਗਿਆ। ਈਸਟ ਬੰਨੀ ਮੁੜਨ ਦੀ ਜਗ੍ਹਾ ਉਹ ਵੈਸਟ ਬੰਨੀ ਚਲਾ ਗਿਆ। ਠੀਕ ਹੈ ਜੀ। ਜਦੋਂ ਵੈਸਟ ਬੰਨੀ ਚਲਾ ਗਿਆ ਤਾਂ ਉੱਥੇ ਉਹਨੇ ਇੱਕ ਨਵੀਂ ਲੈਂਡ ਦੀ ਖੋਜ ਕੀਤੀ ਜਿਹਨੂੰ ਕਿਹਾ ਜਾਂਦਾ ਅਮਰੀਕਾ। ਅੱਜ ਅਸੀਂ ਜਾਣਦੇ ਹਾਂ ਦੁਨੀਆ ਦੀ ਸੁਪਰ ਪਾਵਰ ਹੈ। ਠੀਕ ਹੈ। 1492 ਦੇ ਵਿੱਚ ਕੋਲੰਬਸ ਨੇ ਅਮਰੀਕਾ ਦੀ ਖੋਜ ਕੀਤੀ। ਉਸ ਤੋਂ ਪਹਿਲਾਂ 1487 ਸਾਲ ਦੇ ਵਿੱਚ ਡਾਇਸ ਨਾਂ ਦੇ ਇੱਕ ਪੁਰਤਗੀਜ਼ ਨੇ ਕੇਪ ਆਫ ਗੁੱਡ ਹੋਪ ਦਾ ਚੱਕਰ ਲਾਇਆ। ਕੇਪ ਆਫ ਗੁੱਡ ਹੋਪ ਕੀ ਆ? ਅਫਰੀਕਾ ਦੀ ਸ਼ਕਲ ਕੁਛ ਡਾਇਗਰਾਮ ਕੁਝ ਨਾ ਕੁਝ ਇਸ ਤਰ੍ਹਾਂ ਦੀ ਹੈ। ਠੀਕ ਹੈ ਜੀ। ਇੱਥੇ ਆ ਸਾਊਥ ਅਫਰੀਕਾ, ਬਿਲਕੁਲ ਟਿਪ ਤੇ। ਤਾਂ ਇਹ ਕੇਪ ਆਫ ਗੁੱਡ ਹੋਪ ਦਾ ਚੱਕਰ ਲਾਉਣਾ ਇੱਕ ਆਪਣੇ ਆਪ ਵਿੱਚ ਬੜੀ ਮਹੱਤਵਪੂਰਨ ਘਟਨਾ ਸੀ, ਕਿਉਂਕਿ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਅਫਰੀਕਾ ਦੇ ਵੈਸਟ ਕੋਸਟ ਤੋਂ ਈਸਟ ਕੋਸਟ ਬੰਨੀ ਆ ਗਏ ਨੇ। ਈਸਟ ਕੋਸਟ ਤੋਂ ਇੰਡੀਆ ਤੱਕ ਪਹਿਲਾਂ ਹੀ ਟ੍ਰੇਡ ਐਸਟੈਬਲਿਸ਼ ਸੀ ਪੁਰਾਣੇ ਸਮਿਆਂ ਤੋਂ। ਠੀਕ ਹੈ। ਤੇ ਜਦੋਂ ਇਹ ਪੂਰਾ ਹੋ ਗਿਆ ਤਾਂ ਇੱਕ ਬੜੀ ਵੱਡੀ ਜਿਹੜੀ ਡਿਫਿਕਲਟੀ ਸੀ ਉਹ ਓਵਰਕਮ ਹੋ ਗਈ ਕਿ ਹੁਣ ਬਸ ਇੱਥੇ ਹੀ ਪਹੁੰਚਣਾ ਸੀ। ਠੀਕ ਹੈ। ਤਾਂ ਡਾਇਸ ਦੇ 1487 ਦੇ ਵਿੱਚ, ਡਾਇਸ ਨਾਂ ਲਿਖਿਆ ਮੈਂ, ਇੰਪੋਰਟੈਂਟ ਨਾਮ ਹੈ। ਡਾਇਸ ਦੇ 1487 ਵਿੱਚ ਕੇਪ ਆਫ ਗੁੱਡ ਹੋਪ, ਇਹਨੂੰ ਕਹਿੰਦੇ ਨੇ ਜੀ ਕੇਪ ਆਫ ਗੁੱਡ ਹੋਪ, ਜਿਹੜੀ ਅਫਰੀਕਾ ਦੀ ਥੱਲੜੀ ਰਾਊਂਡ ਟਿਪ ਹੈ। ਠੀਕ ਹੈ। ਕੇਪ ਆਫ ਗੁੱਡ ਹੋਪ ਦੇ ਚੱਕਰ ਲਾਉਣ ਤੋਂ ਬਾਅਦ 1498 ਦੇ ਕਰੀਬ ਵਾਸਕੋ ਡੀ ਗਾਮਾ ਭਾਰਤ ਪਹੁੰਚਿਆ। ਠੀਕ ਹੈ। ਮਈ 1498। ਬੰਦੇ ਦਾ ਨਾਮ ਹੈ ਜੀ ਵਾਸਕੋ ਡੀ ਗਾਮਾ। ਪੁਰਤਗਾਲ ਕੰਟਰੀ ਨਾਲ ਸੰਬੰਧ ਰੱਖਦੇ। ਕਿਹੜੀ ਜਗ੍ਹਾ ਤੇ ਪਹੁੰਚਿਆ? ਕੇਰਲ ਦੇ ਵਿੱਚ ਅੱਜ ਕੱਲ੍ਹ ਇੱਕ ਸ਼ਹਿਰ ਹੈ ਜਿਹਦਾ ਨਾਮ ਹੈ ਜੀ ਕੋਜ਼ੀਕੋਡ। ਪਿੱਛੇ ਜੀ ਬਦਲਿਆ ਗਿਆ ਕੋਜ਼ੀਕੋਡ ਅੱਜ ਤੋਂ 10-20 ਸਾਲ ਪਹਿਲਾਂ। ਪੁਰਾਣਾ ਨਾਮ ਕੀ ਸੀ ਉਹਦਾ? ਕਲਕੱਤਾ। ਕੈਲਕਟ ਦੇ ਪੋਰਟ ਤੇ ਮਈ 1498 ਦੇ ਵਿੱਚ ਵਾਸਕੋ ਡੀ ਗਾਮਾ ਪਹੁੰਚਿਆ ਤੇ ਇਸ ਘਟਨਾ ਨੇ ਭਾਰਤ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ। ਅਸੀਂ ਕੀ ਕਰਦੇ ਹਾਂ, ਕੀ ਖਾਂਦੇ ਪੀਂਦੇ ਹਾਂ, ਕੀ ਪਹਿਨਦੇ ਹਾਂ, ਇਹ ਚੀਜ਼ਾਂ ਇਸ ਘਟਨਾ ਤੋਂ ਨਿਰਧਾਰਿਤ ਹੁੰਦੀਆਂ।
ਜਿੰਨੀਆਂ ਵੀ ਯੂਰਪੀਅਨ ਚੀਜ਼ਾਂ ਨੇ ਸਾਡੀ ਜ਼ਿੰਦਗੀ ਵਿੱਚ ਅੱਜ ਚੱਲ ਰਹੀਆਂ ਨੇ, ਜੇ ਘਟਨਾ ਨਾ ਹੋਈ ਹੁੰਦੀ ਤਾਂ ਸ਼ਾਇਦ ਇਤਿਹਾਸ ਦਾ ਰੁੱਖ ਮੋੜ ਕੁਝ ਹੋਰ ਹੀ ਹੋਣਾ ਸੀ। ਠੀਕ ਹੈ ਜੀ। 1498 ਦੇ ਵਿੱਚ ਵਾਸਕੋ ਡੀ ਗਾਮਾ ਪੁਰਤਗਾਲ ਤੋਂ ਜਿਹੜਾ ਚੱਲਿਆ ਸੀ, ਕਾਲੀਕਟ ਦੇ ਪੋਰਟ 'ਤੇ ਪਹੁੰਚਿਆ। ਤਾਂ ਉੱਥੋਂ ਦਾ ਜਿਹੜਾ ਲੋਕਲ ਰੂਲਰ ਸੀ ਜ਼ਮਰੌਨ, ਹਿੰਦੂ ਰੂਲਰ ਸੀ, ਤਾਂ ਬੇਸਿਕਲੀ ਜਿਹੜਾ ਉਹਦਾ ਰੋਲ ਸੀ ਕਿਹਦੇ ਆਸਰੇ ਚੱਲਦਾ ਸੀ ਕਿ ਜਿੰਨੇ ਵੀ ਟਰੇਡਰਸ ਆਉਂਦੇ ਸਨ, ਅਰਬ ਟਰੇਡਰਸ ਬੇਸਿਕਲੀ ਆਉਂਦੇ ਸਨ, ਉਹਨਾਂ ਨਾਲ ਜਿਹੜਾ ਵਪਾਰ ਚੱਲਦਾ ਸੀ ਉਹਦੇ ਆਸਰੇ ਹੀ ਚੱਲਦਾ ਸੀ। ਠੀਕ ਹੈ। ਤਾਂ ਉਸਨੇ ਬੜਾ ਨਿੱਘਾ ਸਵਾਗਤ ਕੀਤਾ ਵਾਸਕੋ ਡੀ ਗਾਮਾ ਦਾ, ਕਿਉਂਕਿ ਇੰਡੀਆ ਵਾਲਿਆਂ ਨੂੰ ਨਹੀਂ ਪਤਾ ਸੀ ਕਿ ਯੂਰਪੀਅਨ ਦੇ ਮਨ ਦੇ ਵਿੱਚ ਕੀ ਚੱਲੇਗਾ। ਠੀਕ ਹੈ। ਉਸ ਟਾਈਮ ਕੁਝ ਹੈ ਵੀ ਨਹੀਂ ਸੀ, ਉਹਨਾਂ ਦਾ ਜਿਹੜਾ ਬੇਸਿਕ ਪਰਪਸ ਸੀ ਵਪਾਰ ਕਰਨਾ ਸੀ। ਠੀਕ ਹੈ। 1498 ਦੇ ਵਿੱਚ ਵਾਸਕੋ ਡੀ ਗਾਮਾ ਭਾਰਤ ਪਹੁੰਚਿਆ। 3 ਮਹੀਨੇ ਕਰੀਬ ਉਹ ਇੱਥੇ ਰੁਕਿਆ। 3 ਮਹੀਨੇ ਰੁਕਣ ਤੋਂ ਬਾਅਦ ਉਹ ਵਾਪਸ ਗਿਆ, ਇੱਥੋਂ ਚੀਜ਼ਾਂ ਸਪਾਈਸਿਸ ਵਗੈਰਾ ਲੈ ਕੇ ਗਿਆ। ਤਾਂ ਜਦੋਂ ਉਹਨੇ ਵਾਪਸ ਜਾ ਕੇ ਸਿੱਧੀਆਂ, ਹੁਣ ਕੋਈ ਇੰਟਰਮੀਡੀਏਟਰ ਵਿੱਚ ਨਹੀਂ ਹੈਗਾ, ਸਿੱਧੀਆਂ ਜਾ ਕੇ ਸੈੱਲ ਕੀਤੀਆਂ, ਤਾਂ ਲੋਕਾਂ ਨੂੰ ਪਤਾ ਲੱਗਿਆ ਕਿ ਰੇਟਾਂ ਦਾ ਇੰਨਾ ਫਰਕ ਹੈ। ਅਤੇ ਕਿਹਾ ਜਾਂਦਾ ਹੈ ਕਿ ਉਸ ਨੂੰ 60 ਗੁਣਾ ਮੁਨਾਫਾ ਹੋਇਆ, ਜਿੰਨਾ ਉਸਦਾ ਖਰਚ ਹੋਇਆ ਇੰਡੀਆ ਤੋਂ ਪੁਰਤਗਾਲ ਤੋਂ ਇੰਡੀਆ ਆਉਣ ਅਤੇ ਇੰਡੀਆ ਤੋਂ ਪੁਰਤਗਾਲ ਜਾ ਉਸ ਦੇ ਵਿੱਚ ਕੰਬਾਈਨਡ ਉਸ ਤੋਂ 60 ਗੁਣਾ ਜ਼ਿਆਦਾ ਮੁਨਾਫਾ ਹੋਇਆ। ਤਾਂ ਇੰਨਾ ਮੁਨਾਫਾ ਹੁਣ ਹਰੇਕ ਕਿਸੇ ਨੂੰ ਆਕਰਸ਼ਿਤ ਕਰੇਗਾ ਅੱਗੇ ਚੱਲ ਕੇ। ਇਸੇ ਲਈ ਬਾਕੀ ਜਿਹੜੇ ਹੋਰ ਦੇਸ਼ ਨੇ, ਜਿਸ ਤਰ੍ਹਾਂ ਇੰਗਲਿਸ਼ ਨੇ, ਡੱਚ ਨੇ, ਫਰੈਂਚ ਨੇ, ਉਹ ਵੀ ਅੱਗੇ ਆਉਣਗੇ। ਪਰ ਅੱਜ ਆਪਾਂ ਮੇਨਲੀ ਗੱਲ ਕਰਾਂਗੇ ਪੁਰਤਗੀਜ਼ ਬਾਰੇ। ਠੀਕ ਹੈ ਜੀ। ਪੁਰਤਗੀਜ਼ ਬਾਰੇ ਦੇਖੋ, ਇਹਨਾਂ 'ਚੋਂ ਜ਼ਿਆਦਾ ਕੁਐਸਚਨ ਜੇ ਆਪਾਂ ਕਹੀਏ ਆਉਂਦੇ ਨੇ, ਪਰ ਜ਼ਿਆਦਾ ਨਹੀਂ ਆਉਂਦੇ, ਪਰ ਬੇਸ ਇਹੀ ਆ। ਜੇ ਅਸੀਂ ਇਹਨਾਂ ਚੀਜ਼ਾਂ ਬਾਰੇ ਨਹੀਂ ਜਾਣਾਂਗੇ ਤਾਂ ਮਾਡਰਨ ਹਿਸਟਰੀ ਜਦੋਂ ਅਸੀਂ ਪੜ੍ਹਨ ਜਾਵਾਂਗੇ ਅੱਗੇ ਜਾ ਕੇ ਸਾਨੂੰ ਕਾਫੀ ਜ਼ਿਆਦਾ ਕਨਫਿਊਜ਼ਨ ਹੋਵੇਗੀ ਕਿ ਇਹ ਚੀਜ਼ਾਂ ਕਿੱਥੋਂ ਆ ਗਈਆਂ, ਕਿਵੇਂ ਆ ਗਈਆਂ। ਤਾਂ ਬੇਸ ਬਣਾਉਣ ਲਈ ਸਾਨੂੰ ਇਹਨਾਂ ਚੀਜ਼ਾਂ ਬਾਰੇ ਜਾਣਨਾ ਬਹੁਤ ਇੰਪੋਰਟੈਂਟ ਹੈ। ਠੀਕ ਹੈ। 1498 ਦੇ ਵਿੱਚ ਆਉਂਦਾ, ਉਸ ਤੋਂ ਬਾਅਦ 1501 ਦੇ ਵਿੱਚ ਫਿਰ ਦੂਜਾ ਗੇੜਾ ਲਾਉਣਾ ਜੀ। ਹੁਣ ਸ਼ੁਰੂ ਤੋਂ ਹੀ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਪੁਰਤਗਾਲ ਵਾਲਿਆਂ ਦੇ ਵਿੱਚ ਬੜੀ ਜ਼ੀਲ ਸੀ ਕਿ ਉਹ ਆਪਣੇ ਰਿਲੀਜਨ ਦਾ ਵੀ ਪ੍ਰਚਾਰ ਕਰਨ, ਅਤੇ ਇੱਕ ਇਨਹੈਰੈਂਟ ਉਹਨਾਂ ਦੇ ਵਿੱਚ ਨਫ਼ਰਤ ਸੀ ਅਰੇਬੀਅਨ ਟਰੇਡਰਸ ਦੇ ਪ੍ਰਤੀ, ਕਿ ਜਿਹੜੇ ਅਰੇਬੀਅਨ ਨੇ ਜਾਂ ਮੁਸਲਿਮਸ ਨੇ ਉਹ ਸਾਰੇ ਟਰੇਡ ਡੋਮੀਨੇਟ ਕਰਦੇ ਨੇ ਇੱਥੋਂ ਦਾ, ਅਤੇ ਰਿਲੀਜੀਅਸ ਤੌਰ 'ਤੇ ਵੀ ਅਤੇ ਇਕਨੋਮਿਕਲੀ ਵੀ ਈਰਖਾ ਕਰਨ ਦੇ ਉਹਨਾਂ ਦੇ ਕੁਝ ਨਾ ਕੁਝ ਕਾਰਨ ਸਨ। ਠੀਕ ਹੈ ਜੀ। ਹੁਣ 1501 ਦੇ ਵਿੱਚ ਆ ਕੇ ਜ਼ਮੀਰਨ ਤੋਂ ਕੀ ਮੰਗਦਾ ਹੈ ਵਾਸਕੋ ਡੀ ਗਾਮਾ ਕਿ ਮੈਨੂੰ ਪ੍ਰੈਫਰੈਂਸ਼ੀਅਲ ਟਰੀਟਮੈਂਟ ਦਿੱਤਾ ਜਾਵੇ, ਦੂਜੇ ਟਰੇਡਰਸ ਨਾਲੋਂ ਕੁਝ ਪ੍ਰੈਫਰੈਂਸ਼ੀਅਲ ਟਰੀਟਮੈਂਟ ਦਿੱਤਾ ਜਾਵੇ, ਕੁਝ ਮੈਨੂੰ ਕੰਸੈਸ਼ਨਸ ਦਿੱਤੀਆਂ ਜਾਣ ਜਿਹਦੇ ਨਾਲ ਕਿ ਮੈਨੂੰ ਵਪਾਰ ਦੇ ਵਿੱਚ ਜ਼ਿਆਦਾ ਫਾਇਦਾ ਹੋਵੇ। ਠੀਕ ਹੈ। ਜ਼ੈਮਰਨ ਕੀ ਹੈ, ਬਹੁਤ ਹੀ ਜ਼ਿਆਦਾ ਜਿਵੇਂ ਆਪਾਂ ਕਹਿੰਦੇ ਹਾਂ ਸੁਭਾਵਿਕ ਹੈ ਕਿ ਉਹ ਸਾਰੇ ਟਰੇਡਰਸ ਨੂੰ ਚਾਹੁੰਦਾ ਹੈ, ਉਹਦਾ ਜਿਹੜਾ ਪੂਰੀ ਇਕੋਨਮੀ ਹੈ ਇਸੇ ਆਸਰੇ ਚੱਲਦੀ ਆ, ਉਹ ਮਨਾ ਕਰ ਦਿੰਦਾ ਜੀ। ਤਾਂ ਯੂਰਪੀਅਨਸ ਦਾ ਜਿਹੜਾ ਦੂਜਾ ਹਥਿਆਰ ਹੈ ਕਿ ਪਹਿਲਾਂ ਪਿਆਰ ਨਾਲ ਮਨਾਓ, ਜੇ ਨਹੀਂ ਮੰਨਦਾ ਤਾਂ ਫਿਰ ਫੋਰਸ ਯੂਜ਼ ਕਰੋ। ਇਹੀ ਕੀਤਾ ਜੀ ਵਾਸਕੋ ਡੀ ਗਾਮਾ ਨੇ। ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਕੈਨਨ ਲੋਡਡ ਸ਼ਿਪਸ ਆਈਆਂ, ਆਪਣੀਆਂ ਸ਼ਿਪਸ ਉਹਨੇ ਕੈਨਨ ਤੋਪਾਂ ਰੱਖ ਕੇ ਆਰਮ ਕੀਤੀਆਂ ਹੋਈਆਂ ਸੀ, ਅਤੇ ਅਰੇਬੀਅਨ ਟਰੇਡਰਸ ਨੂੰ ਉਹਨਾਂ ਨੇ ਬਿਲਕੁਲ ਤਹਿਸ ਨਹਿਸ ਕਰ ਦਿੱਤਾ। ਜਿੰਨੇ ਜਹਾਜ਼ ਖੜੇ ਸਨ ਉਹਨਾਂ 'ਤੇ ਅਟੈਕ ਕਰ ਦਿੱਤਾ। ਜ਼ਮੀਰਨ ਤੋਂ ਧੱਕੇ ਨਾਲ ਆਪਣੇ ਲਈ ਪ੍ਰੈਫਰੈਂਸਿਸ ਮੰਗੀਆਂ। ਤਾਂ ਹੁਣ ਕੀ ਆ, ਫੋਰਸ ਦਾ ਯੂਜ਼ ਕਰਨਾ ਵੀ ਉਹਨਾਂ ਨੇ ਨਾਲ ਸਟਾਰਟ ਕਰ ਦਿੱਤਾ ਹੈ। ਪਰ ਫੋਰਸ ਦਾ ਯੂਜ਼ ਕਿੱਥੇ ਹੋ ਰਿਹਾ, ਸਿਰਫ ਅਤੇ ਸਿਰਫ ਪੋਰਟਸ 'ਤੇ ਹੋ ਰਿਹਾ। ਦੇਖੋ 1500 ਦਾ ਟਾਈਮ ਹੈ, ਹਜੇ ਮੁਗਲਸ ਨੇ ਆਉਣਾ ਹੈ, ਪਰ ਜਿਹੜੇ ਅੰਦਰਲੇ ਇਨਲੈਂਡ ਇੰਡੀਆ ਦੇ ਕਿੰਗਸ ਨੇ ਉਹਨਾਂ ਕੋਲ ਬੜੇ ਪਾਵਰਫੁਲ ਨੇ ਉਸ ਮੌਕੇ ਦੀ ਪੁਰਤਗਾਲ ਦੀ ਸੈਨਾ ਤੋਂ। ਠੀਕ ਹੈ। ਪਰ ਇੰਡੀਅਨਸ ਨੇ ਜੇ ਨਹੀਂ ਧਿਆਨ ਦਿੱਤਾ ਤਾਂ ਆਪਣੀ ਨੇਵੀ 'ਤੇ ਕਦੇ ਨਹੀਂ ਧਿਆਨ ਦਿੱਤਾ। ਠੀਕ ਹੈ। ਆਰਮੀ ਆਪਣੀ ਬਹੁਤ ਮਜ਼ਬੂਤ ਰੱਖੀ ਹੈ। ਈਵਨ ਕਿ ਮਾਈਟੀ ਮੁਗਲ ਅੰਪਾਇਰ ਸੀ ਜਿਹੜੀ, ਉਹਦੀ ਆਰਮੀ ਤਾਂ ਬਹੁਤ ਜ਼ਿਆਦਾ ਪਾਵਰਫੁਲ ਸੀ। ਉਸ ਟਾਈਮ ਹੋ ਸਕਦਾ ਸੰਸਾਰ ਦੇ ਵਿੱਚ ਉਹਨਾਂ ਨੂੰ ਟੱਕਰ ਦੇਣ ਵਾਲਾ ਕੋਈ ਨਾ ਹੋਵੇ, ਪਰ ਨੇਵੀ ਉਹਨਾਂ ਦੀ ਨਾ ਮਾਤਰ ਸੀ। ਜੇ ਅਸੀਂ ਇੰਡੀਅਨ ਕਿੰਗਸ ਦੇ ਵਿੱਚੋਂ ਗੱਲ ਕਰੀਏ ਤਾਂ ਸਿਰਫ ਇੱਕ ਚੋਲਾ ਕਿੰਗਡਮ ਸੀ ਸਾਊਥ ਦਾ, ਉਸ ਦੀ ਹੀ ਨੇਵੀ ਗਿਣਨਯੋਗ ਸੀ। ਉਹਨਾਂ ਨੇ ਇੰਡੋਨੇਸ਼ੀਆ ਤੱਕ ਵੀ ਆਪਣੀ ਪ੍ਰਭਾਵ ਰੱਖਿਆ ਹੋਇਆ ਸੀ ਨੇਵੀ ਦੇ ਆਸਰੇ। ਪਰ ਜਿਹੜੇ ਬਾਕੀ ਕਿੰਗ ਸਨ ਜਾਂ ਬਾਕੀ ਡਾਇਨੈਸਟੀਆਂ ਸਨ, ਲੋਕਲ ਹਿੰਦੂ ਮੁਸਲਿਮ, ਕਿਸੇ ਨੇ ਵੀ ਨੇਵੀ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ, ਕਿਉਂਕਿ ਇੰਡੀਆ 'ਚ ਬੇਸਿਕਲੀ ਲੋੜ ਹੀ ਨਹੀਂ ਪੈਂਦੀ ਸੀ। ਲੋੜ ਕਿਉਂ ਨਹੀਂ ਪੈਂਦੀ ਸੀ ਕਿ ਇੰਡੀਆ ਆਪਣੇ ਦੇ ਆਪ ਵਿੱਚ ਸੈਲਫ ਡਿਪੈਂਡੈਂਟ ਸੀ। ਬਹੁਤ ਘੱਟ ਚੀਜ਼ਾਂ ਬਾਹਰੋਂ ਆਉਂਦੀਆਂ ਸਨ, ਪਰ ਇੰਨਾ ਡਿਪੈਂਡੈਂਟ ਨਹੀਂ ਸੀ, ਸਾਰਾ ਕੁਝ ਟਰੇਡ 'ਤੇ ਹੀ ਚੱਲਦਾ ਸੀ। ਫਰਟਾਈਲ ਲੈਂਡ ਸੀ, ਵਪਾਰ ਚੰਗਾ ਸੀ, ਅਤੇ ਉਸ ਟਾਈਮ ਦਾ ਜੇ ਤੁਸੀਂ ਨਾ ਕਹੋ ਤਾਂ ਇਕਨੋਮਿਕ ਜਾਇੰਟ ਸੀ। ਜਿਸ ਤਰ੍ਹਾਂ ਅੱਜ ਅਮਰੀਕਾ ਜਾਂ ਇੰਗਲੈਂਡ ਹੈ, ਸਾਡੇ ਲੋਕ ਜਹਾਜ਼ ਭਰ ਕੇ ਉੱਧਰ ਜਾਂਦੇ ਨੇ ਕਿ ਉੱਥੇ ਚੰਗੀ ਕਮਾਈ ਕਰੂ, ਤਾਂ ਉਹ ਟਾਈਮ ਇਹੋ ਜਿਹਾ ਸੀ 1500 ਤੋਂ 1600 ਵਾਲਾ ਕਿ ਯੂਰਪੀਅਨਸ ਜਹਾਜ਼ ਭਰ ਕੇ ਇੰਡੀਆ ਵੀ ਨਹੀਂ ਆਉਂਦੇ ਸਨ ਅਤੇ ਆਪਣੀ ਕਿਸਮਤ ਚਮਕਾਉਣਾ ਚਾਹੁੰਦੇ ਸਨ ਇੱਥੇ ਆ ਕੇ, ਕਿਉਂਕਿ ਉਹਨਾਂ ਨੂੰ ਪਤਾ ਸੀ ਪੈਸਾ ਇੰਡੀਆ ਦੇ ਵਿੱਚ ਬਹੁਤ ਹੈ, ਟਰੇਡ ਦੇ ਵਿੱਚ ਬਹੁਤ ਸੰਭਾਵਨਾਵਾਂ ਨੇ। ਠੀਕ ਹੈ ਜੀ।
ਤਾਂ ਇਸ ਤਰ੍ਹਾਂ 1501 ਦੇ ਵਿੱਚ ਫੋਰਸ ਯੂਜ਼ ਕਰਨੀ ਪੁਰਤਗਾਲੀਆਂ ਨੇ ਸਟਾਰਟ ਕੀਤੀ। ਠੀਕ ਹੈ ਜੀ, ਹੁਣ ਆਪਾਂ ਚੱਲਦੇ ਹਾਂ ਅੱਗੇ। ਤਾਂ ਹੁਣ ਅਸੀਂ ਗੱਲ ਕੀਤੀ ਸੀ ਕਿ ਜਿਹੜਾ ਵਾਸਕੋ ਡੀ ਗਾਮਾ ਸੀ ਉਸਨੇ ਫੋਰਸ ਦਾ ਵੀ ਯੂਜ਼ ਸਟਾਰਟ ਕੀਤਾ, ਅਤੇ ਇਸ ਦੇ ਨਾਲ ਨਾਲ ਪੁਰਤਗਾਲੀਆਂ ਨੇ ਨਵੇਂ ਪੋਰਟ ਵੀ ਹੋਰ ਬਣਾਏ, ਜਿਸ ਤਰ੍ਹਾਂ ਕੋਚੀਨ, ਕੈਨੂਰ ਅਤੇ ਸੂਰਤ ਗੁਜਰਾਤ ਦੇ ਵਿੱਚ ਹੈ ਜੀ। ਬੜਾ ਇੰਪੋਰਟੈਂਟ ਪੋਰਟ ਸੀਗਾ। ਦੇਖੋ ਉਸ ਟਾਈਮ ਜਿਸ ਸਮੇਂ ਦੀ ਅਸੀਂ ਗੱਲ ਕਰ ਰਹੇ ਹਾਂ, ਬੰਬੇ, ਮਦਰਾਸ, ਇਹ ਜਿਹੜੇ ਅੱਜ ਦੇ ਪੋਰਟ ਸਾਨੂੰ ਦੱਸਦੇ ਨੇ। ਕਲਕੱਤਾ ਹਜੇ ਕੁਝ ਵੀ ਇਸਟੈਬਲਿਸ਼ ਨਹੀਂ ਸਨ, ਪੁਰਾਣੇ ਸੀ। ਸੂਰਤ ਸੀ, ਬੰਬੇ ਦਾ ਬਦਲ ਸੀ ਇਹ ਸੂਰਤ ਤੋਂ ਹਟ ਕੇ ਹੀ ਬੰਬੇ ਵਾਲੀ ਇਕਨੋਮਿਕ ਐਕਟੀਵਿਟੀਆਂ ਅੱਗੇ ਗਈਆਂ। ਠੀਕ ਹੈ ਜੀ, ਉਹ ਆਪਾਂ ਅੱਗੇ ਗੱਲ ਕਰਾਂਗੇ। ਤਾਂ ਇਹਨਾਂ ਜਿਹੜੇ ਸ਼ਿਪਿੰਗ ਸੈਂਟਰ ਸੀ ਜਾਂ ਕਹੋ ਪੋਰਟ ਸੀ, ਇਹਨਾਂ ਦੇ ਉੱਤੇ ਵੀ ਪੁਰਤਗਾਲੀਆਂ ਨੇ ਆਪਣਾ ਅਧਿਕਾਰ ਤਾਂ ਨਹੀਂ ਕਹਿ ਸਕਦੇ, ਫੈਕਟਰੀਆਂ ਬਣਾਉਣੀਆਂ ਸ਼ੁਰੂ ਕੀਤੀਆਂ। ਠੀਕ ਹੈ ਜੀ, ਅਤੇ ਟਰੇਡ ਕਰਨੀ ਸ਼ੁਰੂ ਕੀਤੀ। ਬੇਸਿਕਲੀ ਪੁਰਤਗਾਲੀਆਂ ਦੀ ਨੀਤੀ ਕੀ ਸੀ ਕਿ ਪਹਿਲਾਂ ਸੀਗਾ ਜਦੋਂ ਟਰੇਡ ਚੱਲਦੀ ਸੀਗੀ ਤਾਂ ਵੰਡ ਕੇ ਚੱਲਦੀ ਸੀ। ਮੁਸਲਿਮ ਟਰੇਡਰ ਸੀਗੇ, ਹੋਰ ਟਰੇਡਰਸ ਵੀ ਆਉਂਦੇ ਸੀ, ਤਾਂ ਉਹ ਸਾਰੇ, ਕਿਸੇ ਨੇ ਇਹ ਨਹੀਂ ਕੀਤਾ ਸੀ ਕਿ ਅਸੀਂ ਸਾਰੀ ਟਰੇਡ ਨੂੰ ਡੋਮੀਨੇਟ ਕਰਨਾ। ਪਰ ਪੁਰਤਗਾਲੀ ਕੀ ਸੀ, ਉਹ ਗਰੀਡ ਦੇ ਮਤਲਬ ਆਪਣੇ ਬੜੇ ਗਰੀਡ ਦੇ ਵਿੱਚ ਖੁੱਬੇ ਹੋਏ ਸਨ। ਉਹ ਚਾਹੁੰਦੇ ਸਨ ਕਿ ਅਸੀਂ ਟੋਟਲੀ ਡੋਮੀਨੈਂਸ ਰੱਖੀਏ ਟਰੇਡ 'ਤੇ, ਜਿਹੜਾ ਇੰਡੀਆ ਤੋਂ ਯੂਰਪ ਬੰਨੀ ਹੁੰਦਾ ਹੈ। ਬਿਲਕੁਲ ਮੁਸਲਮਾਨਾਂ ਨੂੰ ਹਟਾ ਦੇਣਾ ਚਾਹੁੰਦੇ ਸਨ, ਅਤੇ ਸਾਰਾ ਜਿਹੜਾ ਸ਼ੇਅਰ ਹੈ, ਪ੍ਰੋਫਿਟ ਹੈ, ਉਹ ਆਪਣੇ ਕੋਲ ਰੱਖਣਾ ਚਾਹੁੰਦੇ ਸਨ। ਠੀਕ ਹੈ ਜੀ, ਤਾਂ ਹੁਣ ਪੁਰਤਗਾਲੀਆਂ ਨੇ ਇੰਡੀਆ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਅਤੇ ਗਵਰਨਰਸ਼ਿਪ ਸ਼ੁਰੂ ਕੀਤੀ। ਬੇਸਿਕਲੀ ਪੁਰਤਗਾਲ ਦੀ ਸਰਕਾਰ ਵੱਲੋਂ ਗਵਰਨਰ ਨਿਯੁਕਤ ਕੀਤਾ ਜਾਂਦਾ ਸੀ ਭਾਰਤ ਦੇ ਲਈ। ਠੀਕ ਹੈ ਜੀ, ਤਾਂ ਪਹਿਲਾ ਜਿਹੜਾ ਪੁਰਤਗਾਲੀ ਗਵਰਨਰ ਸੀ ਉਸਦਾ ਨਾਂ ਸੀ ਫ੍ਰਾਂਸਿਸਕੋ ਡੀ ਐਲਮੀਡਾ। ਬੜਾ ਇੰਪੋਰਟੈਂਟ ਵਿਅਕਤੀ ਹੈ ਜੀ ਇਹ, ਜਿਹਨੇ ਪੁਰਤਗੀਜ਼ ਪਾਵਰ ਨੂੰ ਭਾਰਤ ਦੇ ਵਿੱਚ ਪੱਕੇ ਪੈਰੀਂ ਕੀਤਾ। ਠੀਕ ਹੈ ਜੀ, ਇਹ ਜਦੋਂ ਭਾਰਤ ਆਇਆ 1505 ਦੇ ਕਰੀਬ ਇਹ ਗੱਲ ਹੋਵੇਗੀ। ਠੀਕ ਹੈ ਜੀ, 1505 ਦੇ ਕਰੀਬ ਜਦੋਂ ਭਾਰਤ ਆਇਆ, ਪਹਿਲਾਂ ਪੁਰਤਗਾਲ ਦਾ ਗਵਰਨਰ ਬਣ ਕੇ, ਪੁਰਤਗੀਜ਼ ਗਵਰਨਰ ਬਣ ਕੇ ਇੰਡੀਆ ਦੇ ਵਿੱਚ, ਤਾਂ ਬੜੇ ਥ੍ਰੈਟਨਡ ਮਹਿਸੂਸ ਕੀਤਾ ਅਰੇਬੀਅਨਸ ਨੇ ਕਿ ਉਹਨਾਂ ਨੇ, ਪੁਰਤਗਾਲ ਵਾਲਿਆਂ ਨੇ ਹੁਣ ਆਪਣੀ ਪਾਵਰ ਨੂੰ ਕੰਸੋਲੀਡੇਟ ਕਰਨਾ ਸਟਾਰਟ ਕਰ ਦਿੱਤਾ। ਠੀਕ ਹੈ ਜੀ, ਤਾਂ ਅਰਬ ਕੰਟਰੀ ਦੇ ਵਿੱਚ, ਜਿਵੇਂ ਮੈਂ ਤੁਹਾਨੂੰ ਪਹਿਲਾਂ ਆਟੋਮਨ ਅੰਪਾਇਰ ਦਾ ਨਾਂ ਲਿਆ, ਤਾਂ ਬੜੇ ਹੋਰ ਤਕੜੇ ਅੰਪਾਇਰ ਸਨ, ਜਿਸ ਤਰ੍ਹਾਂ ਸੀ ਇਜਿਪਟ, ਮਿਸਰ, ਜਿਹਦੇ ਬਾਰੇ ਅਸੀਂ ਗੱਲ ਕਰਦੇ ਹਾਂ। ਉਹ ਵੀ ਇੰਡੀਆ ਨਾਲ ਸਿੱਧੀ ਟਰੇਡ ਕਰਦੇ ਸਨ। ਤਾਂ ਇਜਿਪਟ ਵਾਲਿਆਂ ਨੂੰ ਅਤੇ ਗੁਜਰਾਤ ਵਾਲੇ ਟਰੇਡਰਸ ਨੂੰ ਵੀ ਖਤਰਾ ਲੱਗਣ ਲੱਗਿਆ ਕਿ ਹੁਣ ਜਿਹੜੇ ਪੁਰਤਗਾਲੀ ਨੇ ਉਹ ਟਰੇਡ ਨੂੰ ਡੋਮੀਨੇਟ ਕਰਨਗੇ। ਇਸ ਕਰਕੇ ਕੀ ਆ, ਸੂਰਤ ਦੇ ਪੋਰਟ ਦੇ ਨੇੜੇ 1505 ਦੇ ਵਿੱਚ ਹੀ ਅਲਮੀਡਾ ਦੇ ਗਵਰਨਰਸ਼ਿਪ ਦੇ ਕਾਲ ਦੇ ਦੌਰਾਨ ਇਜਿਪਸ਼ੀਅਨ ਪਲੱਸ ਗੁਜਰਾਤੀ ਨੇਵੀ, ਠੀਕ ਹੈ, ਜਿਹੜੀ ਥੋੜ੍ਹੀ ਬਹੁਤ ਸੀ ਇਜਿਪਸ਼ੀਅਨ ਦੀ ਆਪਣੀ ਨੇਵੀ ਸੀ, ਉਹਨਾਂ ਨੇ ਮਿਲ ਕੇ ਪੁਰਤਗੀਜ਼ ਤੇ ਅਟੈਕ ਕਰ ਦਿੱਤਾ। ਪੁਰਤਗੀਜ਼ ਤੇ ਅਟੈਕ ਕਰ ਦਿੱਤਾ। ਪੁਰਤਗੀਜ਼ ਦੀ ਹਾਰ ਹੋਈ, ਸੂਰਤ ਦੇ ਵਿੱਚ ਉਹਨਾਂ ਨੂੰ ਕਾਫੀ ਨੁਕਸਾਨ ਹੋਇਆ। ਪਰ ਪੁਰਤਗੀਜ਼ ਨੇ ਤੁਰੰਤ ਆਪਾਂ ਨੂੰ ਰੀਗਰੁੱਪ ਕੀਤਾ ਅਤੇ ਦੂਜੀ ਬੈਟਲ ਦੇ ਵਿੱਚ ਇਜਿਪਸ਼ੀਅਨ ਅਤੇ ਗੁਜਰਾਤੀ ਨੇਵੀ ਦਾ ਬਿਲਕੁਲ ਖਾਤਮਾ ਕਰਕੇ ਰੱਖ ਦਿੱਤਾ। ਤਾਂ ਇਸ ਤਰ੍ਹਾਂ ਕੀ ਹੈ, ਇਸ ਘਟਨਾ ਦੇ ਨਾਲ ਜਿਹੜੀ ਸੁਪਰਮੇਸੀ ਸੀ ਪੁਰਤਗਾਲ ਦੀ ਭਾਰਤ ਦੇ ਪਾਣੀਆਂ ਦੇ ਵਿੱਚ, ਉਹ ਸਥਾਪਿਤ ਹੋ ਗਈ। ਅਤੇ ਜਿਹੜਾ ਅਲਮੀਡਾ ਸੀ, ਇਸ ਨੇ ਬਲੂ ਵਾਟਰ ਪੋਲਿਸੀ, ਬੜਾ ਇੰਪੋਰਟੈਂਟ ਪੋਲਿਸੀ ਹੈ ਜੀ ਇਹ, ਬਲੂ ਵਾਟਰ ਪੋਲਿਸੀ ਨੂੰ ਫੋਲੋ ਕੀਤਾ। ਬੇਸਿਕਲੀ ਕੀ ਸੀ ਕਿ ਇੰਡੀਅਨ ਓਸ਼ਨ ਦੇ ਪਾਣੀਆਂ ਦੇ ਵਿੱਚ ਹੁਣ ਪੁਰਤਗਾਲ ਦੀ ਹੀ ਚੱਲੇਗੀ। ਠੀਕ ਹੈ ਜੀ, ਜਿੰਨਾ ਟਰੇਡ ਦਾ ਸ਼ੇਅਰ ਹੋਵੇਗਾ, ਪ੍ਰੋਫਿਟ ਹੋਵੇਗਾ, ਉਹ ਹੁਣ ਪੁਰਤਗਾਲ ਦਾ ਹੀ ਹੋਵੇਗਾ। ਠੀਕ ਹੈ ਜੀ, ਇਹ ਸੀ ਫ੍ਰਾਂਸਿਸਕੋ ਡੀ ਅਲਮੀਡਾ। ਇਸ ਤੋਂ ਬਾਅਦ ਜਿਹੜਾ ਅਗਲਾ ਗਵਰਨਰ ਆਉਂਦਾ ਜੀ, ਉਹ ਆਉਂਦਾ ਅਲਬੁਕਰਕ। ਠੀਕ ਹੈ ਜੀ, ਕਾਫੀ ਔਖੀ ਇਹਦੀ ਪ੍ਰੋਨਾਂਸੀਏਸ਼ਨ ਹੈ ਅਤੇ ਨਾਮ ਵੀ ਉਨਾ ਹੀ ਔਖਾ ਹੈ। ਕੁਛ ਵੀ ਕਹਿ ਲਓ ਇਹਨੂੰ ਤੁਸੀਂ, ਅਲਬੁਕਰਕ ਰੱਖ ਲਓ, ਅਲਬੁਕਰਕੀ ਰੱਖ ਲਓ। ਠੀਕ ਹੈ ਜੀ, ਅਲਬੁਕਰਕ ਸੀ ਜਿਹੜਾ ਇਹ ਅਗਲਾ ਗਵਰਨਰ ਸੀ। ਇਸ ਨੇ ਵੀ ਪੁਰਤਗਾਲ ਦੀ ਪਾਵਰ ਨੂੰ ਕਾਫੀ ਜ਼ਿਆਦਾ ਵਧਾਇਆ। ਜਿਹੜਾ ਇਸ ਨੇ ਮੇਨ ਕੰਮ ਕੀਤਾ, ਜੋ ਅਸੀਂ ਅੱਜ ਸਭ ਨਾਲੋਂ ਵੱਧ ਜਾਣਦੇ ਇੰਡੀਆ, ਗੋਆ ਬਾਰੇ। ਠੀਕ ਹੈ ਜੀ, ਗੋਆ ਨੂੰ ਅਕਵਾਇਰ ਕੀਤਾ ਅਲਬੁਕਰਕ ਨੇ ਬੀਜਾਪੁਰ ਦੇ ਸੁਲਤਾਨ ਤੋਂ। ਸੁਲਤਾਨ ਸੀ ਉਸ ਸਮੇਂ ਹਜੇ ਮੁਗਲ ਪਾਵਰ ਭਾਰਤ ਦੇ ਵਿੱਚ ਕੰਸੋਲੀਡੇਟ ਨਹੀਂ ਹੋਈ ਸੀ। 1510 ਦੇ ਈਸਵੀ ਦੀ ਗੱਲ ਇਹ। ਠੀਕ ਹੈ ਜੀ, ਮੁਗਲਸ ਕਦੋਂ ਆਉਂਦੇ ਨੇ? 1526 ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਹੋਵੇਗੀ ਅਤੇ ਬਾਬਰ ਭਾਰਤ ਦੇ ਵਿੱਚ ਆਵੇਗਾ। ਤਾਂ ਛੋਟੇ ਛੋਟੇ ਰੂਲਰ ਸਨ,
ਸਟੇਟ ਵਾਈਜ਼ ਪ੍ਰੋਵਿੰਸ਼ੀਅਲ ਰੂਲਰ ਸਨ, ਤਾਂ ਬੀਜਾਪੁਰ ਦਾ ਸੁਲਤਾਨ ਸੀ ਬੇਸਿਕਲੀ। ਉਸ ਤੋਂ ਗੋਆ ਲੈ ਲਿਆ ਅਲਬੁਕਰਕ ਨੇ, ਜਾਂ ਕਹਿ ਲਓ ਕਬਜ਼ਾ ਕਰ ਲਿਆ, ਠੀਕ ਹੈ ਜੀ। ਤਾਂ ਹੁਣ ਭਾਰਤ ਦੇ ਵਿੱਚ ਪਾਵਰ ਸੈਂਟਰ ਗੋਆ ਹੋ ਗਿਆ, ਆਪਣਾ ਜਿਹੜਾ ਉਹ ਹੈੱਡਕੁਆਟਰ ਵੀ ਸੀ ਉਹ ਵੀ ਗੋਆ ਲੈ ਗਏ। ਤਾਂ ਅਲੈਗਜ਼ੈਂਡਰ ਦਾ ਗ੍ਰੇਟ, ਸਿਕੰਦਰ ਜਦੋਂ ਭਾਰਤ ਆਇਆ ਸੀ 326 ਈਸਾ ਪੂਰਵ, ਲਗਭਗ 1800 ਸਾਲ ਬਾਅਦ ਪਹਿਲੀ ਭਾਰਤੀ ਟੈਰੀਟਰੀ ਸੀ ਜਿਹੜੀ ਕਿਸੇ ਯੂਰਪੀਅਨ ਪਾਵਰ ਨੇ ਅਕਵਾਇਰ ਕੀਤੀ ਸੀ। 1800 ਸਾਲ ਬਾਅਦ ਭਾਰਤ ਦੀ ਜ਼ਮੀਨ 'ਤੇ, ਦੇਖੋ ਪਹਿਲਾਂ ਜਿਹੜੀਆਂ ਗੱਲਾਂ ਹੋਈਆਂ ਪੋਰਟਾਂ 'ਤੇ ਕਬਜ਼ੇ ਹੁੰਦੇ ਸਨ, ਜਾਂ ਪੋਰਟਾਂ 'ਤੇ ਆਪਣੇ ਆਪ ਨੂੰ ਪ੍ਰੈਫਰੈਂਸ਼ੀਅਲ ਟਰੀਟਮੈਂਟ ਦੇਣ ਦੇ ਲਈ ਛੋਟੀਆਂ ਛੋਟੀਆਂ ਬੈਟਲਸ ਹੁੰਦੀਆਂ ਸਨ। ਇਹ ਪਹਿਲੀ ਟੈਰੀਟਰੀ ਅਕਵਾਇਰ ਕੀਤੀ, ਜ਼ਮੀਨ 'ਤੇ ਪੱਕਾ ਕਬਜ਼ਾ ਕੀਤਾ, ਅਤੇ ਇਸ ਨੂੰ ਭਾਰਤ ਦੇ ਵਿੱਚ ਪੁਰਤਗਾਲ ਦਾ ਹੈੱਡਕੁਆਟਰ ਬਣਾਇਆ, ਠੀਕ ਹੈ। 1510 ਦੇ ਕਰੀਬ ਗੱਲ ਆ। ਉਸ ਤੋਂ ਬਾਅਦ ਅੱਗੇ ਹੋਰ ਗਵਰਨਰ ਆਉਂਦੇ ਗਏ। ਦੇਖੋ ਕਾਫੀ ਵੱਡਾ ਟੌਪਿਕ ਹੈ, ਪਰ ਅਸੀਂ ਪੇਪਰ ਦੇ ਹਿਸਾਬ ਨਾਲ ਦੇਖਣਾ। ਜਿਸ ਤਰ੍ਹਾਂ ਕੁਨਾ ਆਇਆ, ਹੋਰ ਅੱਗੇ ਗਵਰਨਰ ਆਏ, ਅਲਫਾਂਸੋ ਆਇਆ, ਠੀਕ ਹੈ। ਉਹਨਾਂ ਨੇ ਕੀ ਹੈ ਬੇਸਿਕਲੀ ਪੁਰਤਗਾਲ ਦੀ ਪਾਵਰ ਨੂੰ ਪੋਰਟਸ 'ਤੇ, ਹੋਰ ਵੱਧ ਤੋਂ ਵੱਧ ਪੋਰਟਸ 'ਤੇ ਆਪਣਾ ਪ੍ਰਭਾਵ ਪਾ ਕੇ, ਜਿਸ ਤਰ੍ਹਾਂ ਦਿਊ ਦਾ ਪੋਰਟ ਹੈ, ਦਮਨ, ਇਹ ਸਾਰੇ ਗੁਜਰਾਤ ਦੇ ਪੋਰਟਸ ਨੇ, ਇਹਨਾਂ 'ਤੇ ਵੀ ਆਪਣਾ ਹੌਲੀ ਹੌਲੀ ਫੈਕਟਰੀਆਂ ਸਥਾਪਿਤ ਕੀਤੀਆਂ ਅਤੇ ਪੁਰਤਗਾਲ ਦੀ ਪਾਵਰ ਨੂੰ ਭਾਰਤ ਦੇ ਵਿੱਚ ਨਵੀਆਂ ਉਚਾਈਆਂ 'ਤੇ ਪਹੁੰਚਾਇਆ, ਠੀਕ ਹੈ ਜੀ। ਹੁਣ ਕੀ ਹੈ, ਇਹ ਸਾਰੇ ਪੋਰਟਸ ਦੇ ਉੱਤੇ ਉਹਨਾਂ ਦਾ ਕਬਜ਼ਾ ਹੋ ਚੁੱਕਿਆ, ਅਤੇ ਨਾਲ ਦੀ ਨਾਲ ਉਹਨਾਂ ਨੇ ਕੁਛ ਨਵੇਂ ਪੋਰਟਸ ਵੀ ਡਿਵੈਲਪ ਕਰਨੇ ਸਟਾਰਟ ਕੀਤੇ, ਠੀਕ ਹੈ। ਨਵੇਂ ਪੋਰਟਸ ਕਿਹੜੇ ਸਨ? ਬੰਬੇ। ਬੰਬੇ ਨੂੰ ਡਿਵੈਲਪ ਕਰਨ ਦਾ ਸਿਹਰਾ ਜੇ ਕਹੀਏ ਤਾਂ ਸਾਰਾ ਯੂਰਪੀਅਨ ਪਾਵਰ ਨੂੰ ਜਾਂਦਾ ਹੈ। ਭਾਰਤੀ ਹਾਕਮਾਂ ਨੇ ਬੰਬੇ ਵੱਲ ਕੋਈ ਧਿਆਨ ਨਹੀਂ ਦਿੱਤਾ। ਸੂਰਤ ਉਸ ਸਮੇਂ ਦਾ ਪ੍ਰਮੁੱਖ ਟ੍ਰੇਡ ਪੋਰਟ ਸੀ, ਠੀਕ ਹੈ। ਬੰਬੇ ਨੂੰ ਡਿਵੈਲਪ ਕੀ ਕੀਤਾ ਜਾਂ ਕਬਜ਼ਾ ਕੀਤਾ? ਪੁਰਤਗੀਜ਼, ਠੀਕ ਹੈ। ਤਾਂ ਇਹ ਸ਼ੁਰੂਆਤੀ ਫੇਜ਼ ਸੀ। 1500 ਦੀਆਂ ਅਸੀਂ ਜੇ ਦੇਖੀਏ ਸਾਰੀਆਂ ਗੱਲਾਂ ਕਰ ਰਹੇ ਹਾਂ, ਠੀਕ ਹੈ ਜੀ। 1550 ਈਸਵੀ ਦੇ ਕਰੀਬ ਹੀ ਜਿਹੜੇ ਪੁਰਤਗੀਜ਼ ਨੇ, ਇਹਨਾਂ ਨੇ ਮੁਗਲਾਂ ਤੋਂ ਪ੍ਰਵਾਨਗੀ ਲਈ ਕਿ ਭਾਰਤ ਦੇ ਈਸਟ ਕੋਸਟ, ਇਹ ਸਾਰਾ ਵੈਸਟ ਕੋਸਟ 'ਤੇ ਹੋ ਰਿਹਾ, ਕੋਰੋਮੰਡਲ ਕੋਸਟ ਹੈ ਜਿਹੜਾ, ਅਤੇ ਬੰਗਾਲ ਦਾ ਕੋਸਟ ਹੈ, ਉੜੀਸਾ ਦਾ ਕੋਸਟ ਹੈ, ਉੱਧਰ ਵੀ ਅਸੀਂ ਆਪਣੀਆਂ ਆਰਥਿਕ ਗਤੀਵਿਧੀਆਂ ਸ਼ੁਰੂ ਕਰੀਏ। ਤਾਂ ਇਹਨਾਂ ਨੇ ਹੁਗਲੀ, ਕਲਕੱਤਾ ਦੇ, ਜੇ ਤੁਸੀਂ ਕਲਕੱਤਾ ਬਾਰੇ ਜਾਣਦੇ ਤਾਂ ਹੁਗਲੀ ਨਦੀ ਦੇ ਕਿਨਾਰੇ ਵਸਿਆ ਵਾ, ਹੁਗਲੀ ਇੱਕ ਸਥਾਨ ਵੀ ਆ ਬੰਗਾਲ ਦੇ ਵਿੱਚ, ਠੀਕ ਹੈ ਜੀ। ਤਾਂ ਹੁਗਲੀ ਪੋਰਟ 'ਤੇ ਆਪਣੀ ਇੱਕ ਸੈਟਲਮੈਂਟ ਬਣਾਈ ਅਤੇ ਉੱਧਰੋਂ ਵੀ ਵਪਾਰ ਸ਼ੁਰੂ ਕੀਤਾ, ਠੀਕ ਹੈ। ਬੇਸਿਕਲੀ ਕੀ ਹੈ, ਇਸ ਟਾਈਮ ਦੇ ਵਿੱਚ ਹਜੇ ਕੋਈ ਵੀ ਹੋਰ ਦੂਜੀ ਯੂਰਪੀਅਨ ਪਾਵਰ, ਡੱਚ, ਫਰੈਂਚ ਜਾਂ ਇੰਗਲਿਸ਼ ਹਜੇ ਇੰਡੀਆ ਦੇ ਵਿੱਚ ਨਹੀਂ ਆਏ, ਅਤੇ ਭਾਰਤ ਦੇ ਸਾਰੇ ਪੋਰਟ ਲਾਈਨ 'ਤੇ ਲਗਭਗ ਜੇ ਕੋਈ ਵਿਦੇਸ਼ੀ ਪਾਵਰ ਇਸ ਟਾਈਮ ਹਾਵੀ ਹੈ 1500 ਤੋਂ 1600 ਦੇ ਵਿਚਕਾਰ, ਉਹ ਹੈ ਜੀ ਪੁਰਤਗੀਜ਼, ਠੀਕ ਹੈ ਜੀ। ਪੁਰਤਗੀਜ਼ ਇਸ ਸਮੇਂ ਪੂਰੀ ਕੋਸਟ 'ਤੇ ਹਾਵੀ ਨੇ ਇੰਡੀਆ ਦੇ ਉੱਤੇ, ਠੀਕ ਹੈ। ਪਰ ਸਮੇਂ ਦੇ ਨਾਲ ਕੀ ਹੋਇਆ, ਦੂਜੀਆਂ ਪਾਵਰਾਂ ਵੀ ਆਈਆਂ, ਕੁਝ ਹੋਰ ਕਾਰਨ ਵੀ ਹੋਏ, ਹੌਲੀ ਹੌਲੀ ਪੁਰਤਗਾਲ ਦੀ ਪਾਵਰ ਭਾਰਤ ਦੇ ਵਿੱਚ ਘਟਦੀ ਗਈ। ਕਿਉਂ ਘਟਦੀ ਗਈ ਜੀ? ਥੋੜ੍ਹਾ ਆਪਾਂ ਉਹਨਾਂ ਬਾਰੇ ਵੀ ਜਾਣਕਾਰੀ ਲੈ ਲੈਂਦੇ ਹਾਂ। ਸਾਰਿਆਂ ਨੂੰ ਪਹਿਲਾਂ ਕੀ ਸੀ ਕਿ ਪੁਰਤਗਾਲ ਨੂੰ ਦੇਖ ਕੇ ਜਦੋਂ ਤੁਹਾਨੂੰ ਕਿਸੇ ਚੀਜ਼ ਦੇ ਵਿੱਚ ਇੰਨਾ ਫਾਇਦਾ ਹੋਵੇ ਟ੍ਰੇਡ ਦੇ ਵਿੱਚ, ਤਾਂ ਬਾਕੀ ਬੰਦੇ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਪੰਜਾਬੀ ਦਾ ਮੁਹਾਵਰਾ ਹੈ, ਗੁੜ ਅਤੇ ਮੱਖੀਆਂ ਆਟੋਮੈਟਿਕ ਆ ਜਾਂਦੀਆਂ, ਤਾਂ ਬਾਕੀ ਦੇਸ਼ਾਂ ਨੇ ਵੀ ਇੱਧਰ ਆਉਣਾ ਸਟਾਰਟ ਕੀਤਾ। ਤਾਂ ਉਹਨਾਂ 'ਚ ਆਉਣ ਵਾਲੇ ਪਹਿਲੇ ਸਨ ਡੱਚ। ਡੱਚ ਕਿਹੜੇ ਹੁੰਦੇ ਨੇ ਜੀ? ਹਾਲੈਂਡ ਕੰਟਰੀ ਸੀ ਉਸ ਸਮੇਂ, ਜਿਸ ਨੂੰ ਅੱਜ ਕੱਲ੍ਹ ਅਸੀਂ ਨੈਦਰਲੈਂਡ ਦੇ ਨਾਮ ਨਾਲ ਜਾਣਦੇ ਹਾਂ। ਉੱਥੋਂ ਦੇ ਨਿਵਾਸੀਆਂ ਨੂੰ ਡੱਚ ਕਿਹਾ ਜਾਂਦਾ ਹੈ। ਤਾਂ ਉਹ ਡੱਚ ਨੇ ਵੀ ਇੱਥੇ ਆਉਣਾ ਸਟਾਰਟ ਕੀਤਾ। ਇਹਨਾਂ ਨੇ ਵੀ ਆਪਣੀ ਕੰਪਨੀ ਬਣਾਈ, ਠੀਕ ਹੈ ਜੀ, ਅਤੇ ਇੰਡੀਆ ਨਾਲ ਟਰੇਡ ਕਰਨਾ ਸ਼ੁਰੂ ਕੀਤਾ। ਤਾਂ ਇਹਨਾਂ ਦੀ ਰਾਈਵਲਰੀ ਬਹੁਤ ਫੀਅਰਸ ਸੀ ਪੁਰਤਗਾਲ ਦੇ ਨਾਲ, ਠੀਕ ਹੈ। ਪੁਰਤਗਾਲ ਨੂੰ ਇਹਨਾਂ ਨੇ ਟੱਕਰ ਦਿੱਤੀ, ਕੁਝ ਪੋਰਟ ਇਹਨਾਂ ਦੇ ਨੱਪ ਵੀ ਲਏ, ਠੀਕ ਹੈ। ਤਾਂ ਹੁਣ ਉਹਨਾਂ ਨੂੰ ਕੰਪੀਟੀਸ਼ਨ ਮਿਲਣਾ ਸਟਾਰਟ ਹੋ ਗਿਆ ਬਰਾਬਰ ਦੇ ਬੰਦਿਆਂ ਤੋਂ, ਠੀਕ ਹੈ। ਅਰੇਬੀਅਨ ਸੀ, ਇੰਡੀਅਨ ਸੀ, ਉਹਨਾਂ ਨਾਲ ਪੁਰਤਗਾਲ ਪੂਰਾ ਧੱਕਾ ਕਰ ਰਹੇ ਸਨ, ਟਰੇਡ 'ਤੇ ਆਪਣਾ ਇੱਕ ਤਰ੍ਹਾਂ ਮੋਨੋਪਲੀ ਬਣਾਉਣਾ ਚਾਹੁੰਦੇ ਸਨ। ਪਰ ਹੁਣ ਇਹ ਯੂਰਪੀਅਨ ਪਾਵਰ ਹੈ, ਠੀਕ ਹੈ ਜੀ। ਤਾਂ ਇਸ ਨਾਲ ਜਦੋਂ ਭਿੜੰਤ ਹੁੰਦੀ ਹੈ ਤਾਂ ਥੋੜ੍ਹੀ ਉਹਨਾਂ ਦੀ ਪਾਵਰ ਦੇ ਵਿੱਚ ਕਮੀ ਆਉਂਦੀ ਹੈ, ਠੀਕ ਹੈ ਜੀ। ਦੂਜੀ ਵੱਡੀ ਪਾਵਰ ਇਸ ਤੋਂ ਬਾਅਦ ਜਿਹੜੀ ਆਉਂਦੀ ਹੈ ਜੀ, ਜਿਹਨੇ ਇੰਡੀਆ 'ਤੇ ਅੱਗੇ ਜਾ ਕੇ ਰਾਜ ਕਰਨਾ, ਉਹ ਆਉਂਦੇ ਨੇ ਇੰਗਲਿਸ਼। ਇੰਗਲੈਂਡ ਦੇ ਨਿਵਾਸੀ ਜਦੋਂ ਇੱਥੇ ਪਹੁੰਚਦੇ ਨੇ, ਈਸਟ ਇੰਡੀਆ ਕੰਪਨੀ, ਉਹਦੇ ਬਾਰੇ ਅਸੀਂ ਵੱਖਰਾ ਟੌਪਿਕ ਬਣਾ ਕੇ ਚੰਗੀ ਤਰ੍ਹਾਂ ਗੱਲ ਕਰਾਂਗੇ। ਤਾਂ ਉਹਨਾਂ ਨੇ ਵੀ ਪੁਰਤਗਾਲ ਦੀ ਪਾਵਰ ਨੂੰ ਬੜੀ ਭਾਰੀ ਸੱਟ ਮਾਰੀ, ਠੀਕ ਹੈ ਜੀ। 1612 ਦੇ ਵਿੱਚ ਸੂਰਤ ਦਾ ਜਿਹੜਾ ਸਭ ਨਾਲੋਂ ਅਹਿਮ ਪੋਰਟ ਸੀ, ਠੀਕ ਹੈ ਜੀ, ਉਹ ਲੜਾਈ ਵਿੱਚ ਹਰਾ ਕੇ ਪੁਰਤਗਾਲੀਆਂ ਤੋਂ ਜਿੱਤ ਲਿਆ।
शुरू ਦੇ ਵਿੱਚ ਕੀ ਸੀ ਕਿ ਪੁਰਤਗਾਲੀਆਂ ਦਾ ਮੁਗਲ ਦਰਬਾਰ ਦੇ ਵਿੱਚ ਕਾਫੀ ਪ੍ਰਭਾਵ ਸੀ। ਠੀਕ ਹੈ ਜੀ। ਜਹਾਂਗੀਰ ਦੇ ਜਿਹੜਾ ਦਰਬਾਰ ਸੀ ਉਹਦੇ ਵਿੱਚ 2 ਪੁਰਤਗਾਲੀ ਪਾਦਰੀ ਪੱਕੇ ਸਨ। ਠੀਕ ਹੈ, ਤਾਂ ਉਹਨਾਂ ਨੇ ਅੰਗਰੇਜ਼ਾਂ ਦੀ ਕੋਈ ਜ਼ਿਆਦਾ ਦਾਲ ਨਹੀਂ ਗਾਲਣ ਦਿੱਤੀ ਮੁਗਲ ਦਰਬਾਰ ਦੇ ਵਿੱਚ। ਪਰ ਹੌਲੀ ਹੌਲੀ ਮੁਗਲ ਦਰਬਾਰ ਦੇ ਵਿੱਚ ਅੰਗਰੇਜ਼ਾਂ ਦਾ ਵੀ ਹੋਲਡ ਹੋ ਗਿਆ, ਉਹਨਾਂ ਨੇ ਵੀ ਪਰਮਿਸ਼ਨਸ ਲਈਆਂ ਟਰੇਡ ਕਰਨ ਲਈ। ਤੇ 1612 ਦੇ ਵਿੱਚ ਬੜਾ ਇੰਪੋਰਟੈਂਟ ਸਾਲ ਹੈ, ਸੂਰਤ ਦੇ ਵਿੱਚ ਪੁਰਤਗਾਲੀਆਂ ਨੂੰ ਹਾਰ ਦਿੱਤੀ। ਇਹ ਬੜੀ ਭਾਰੀ ਸੱਟ ਸੀ ਜਿਹੜੀ ਪੁਰਤਗਾਲ ਦੀ ਟਰੇਡਿੰਗ ਪਾਵਰ 'ਤੇ ਵੱਜੀ, ਜਾਂ ਕਹਿ ਲਓ ਪੋਲੀਟੀਕਲ ਜਿਹੜੀਆਂ ਉਹਦੇ ਵਿਸ਼ੇ ਸੀ ਉਹ ਸਮਾਪਤ ਕਰਕੇ ਰੱਖ ਦਿੱਤੀਆਂ ਅੰਗਰੇਜ਼ਾਂ ਨੇ। ਠੀਕ ਹੈ ਜੀ, 1612। ਤੀਜੀ ਜਿਹੜੀ ਹੋਰ ਮਹੱਤਵਪੂਰਨ ਗੱਲ ਆਉਂਦੀ ਹੈ ਜਿਹਦੇ ਕਰਕੇ ਪੁਰਤਗੀਜ਼ ਡਿਕਲਾਈਨ ਹੋਏ ਇੰਡੀਆ ਦੇ ਵਿੱਚ, ਉਹਨਾਂ ਦੀ ਪਾਵਰ ਡਿਕਲਾਈਨ ਹੋਈ, ਉਹ ਸੀ ਕਿ ਪੁਰਤਗੀਜ਼ ਮੁਸਲਮਾਨਾਂ ਨਾਲ ਬੜਾ ਨਫ਼ਰਤੀ ਭਰਿਆ ਵਤੀਰਾ ਰੱਖਦੇ ਸਨ। ਠੀਕ ਹੈ ਜੀ, ਕਿਉਂਕਿ ਉਹਨਾਂ ਦਾ ਜਿਹੜਾ ਇੱਕ ਪ੍ਰਾਈਮ ਫੈਕਟਰ ਸੀ ਕਿ ਉਹ ਭਾਰਤ ਦੇ ਵਿੱਚ ਕ੍ਰਿਸਚੀਅਨਿਟੀ ਦਾ ਪ੍ਰਚਾਰ ਕਰਨਾ ਚਾਹੁੰਦੇ ਸਨ, ਰਿਲੀਜਨ ਦੇ ਪ੍ਰਤੀ ਥੋੜ੍ਹੇ ਫੈਨੈਟਿਕ ਸਨ। ਤਾਂ ਜਿੱਥੇ ਜਿੱਥੇ ਉਹਨਾਂ ਦਾ ਰਾਜ ਹੋਇਆ, ਜਿਸ ਤਰ੍ਹਾਂ ਗੋਆ ਸੀ, ਠੀਕ ਹੈ, ਜਾਂ ਹੁਗਲੀ ਵਾਲੀ ਸਾਈਡ ਸੀ, ਉਹਨਾਂ ਨੇ ਮੁਸਲਿਮਸ ਦਾ ਪਰਸੀਕਿਊਸ਼ਨ ਕੀਤਾ। ਤਾਂ 1600 ਦੇ ਵਿੱਚ ਆ ਕੇ ਜੇ ਤੁਸੀਂ ਦੇਖੋ ਤਾਂ ਭਾਰਤ ਦੇ ਵਿੱਚ ਮੁਗਲ ਪੱਕੇ ਪੈਰੀ ਸਟੈਬਲਿਸ਼ ਹੋ ਗਏ ਹਨ। ਠੀਕ ਹੈ ਨਾ, ਤਾਂ ਮੁਸਲਿਮ ਦਾ ਪਰਸੀਕਿਊਸ਼ਨ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੇ। ਠੀਕ ਹੈ, ਤਾਂ ਉਹਨਾਂ ਨਾਲ ਵੀ ਕਲੈਸ਼ ਹੋਣੇ ਸਟਾਰਟ ਹੋ ਗਏ। ਠੀਕ ਹੈ, ਬੇਸਿਕਲੀ ਐਡੀ ਵੱਡੀ ਪਾਵਰ ਨਾਲ ਤੁਹਾਨੂੰ ਬਣਾ ਕੇ ਰੱਖਣੀ ਚਾਹੀਦੀ ਹੈ ਜਦੋਂ ਤੁਸੀਂ ਸਿਰਫ ਟਰੇਡ ਕਰ ਰਹੇ ਹੋ। ਪਰ ਪੁਰਤਗਾਲ ਵਾਲਿਆਂ ਨੇ ਇਹ ਗਲਤੀ ਕੀਤੀ। ਠੀਕ ਹੈ, ਈਵਨ ਐਫ ਕੇ ਜਿਹੜੀ ਹੁਗਲੀ ਤੇ ਉਹਨਾਂ ਦੀ ਸੈਟਲਮੈਂਟ ਸੀ, ਸ਼ਾਹਜਹਾਂ ਦੇ ਟਾਈਮ ਦੇ ਵਿੱਚ ਇੱਕ ਵਾਰ ਕੀ ਹੋਇਆ ਕਿ ਜਿਹੜੀ ਸ਼ਾਹਜਹਾਂ ਦੀ ਫੇਵਰੇਟ ਬੇਗਮ ਸੀ ਮੁਮਤਾਜ਼ ਮਹਿਲ, ਜਿਹਦੀ ਯਾਦ ਵਿੱਚ ਉਹਨਾਂ ਨੇ ਤਾਜ ਮਹਿਲ ਬਣਾਇਆ। ਠੀਕ ਹੈ ਜੀ, ਉਹਦੀਆਂ 2 ਸਲੇਵਸ ਗਰਲਸ ਵੀ ਕੈਪਚਰ ਕਰ ਲਈਆਂ। ਠੀਕ ਹੈ, ਜਿਸ ਤੋਂ ਗੁੱਸੇ ਦੇ ਵਿੱਚ ਆ ਕੇ ਸ਼ਾਹਜਹਾਂ ਨੇ ਆਰਡਰ ਦਿੱਤਾ, ਜਿਹੜਾ ਬੰਗਾਲ ਦਾ ਗਵਰਨਰ ਸੀ, ਕਿ ਹੁਗਲੀ ਦੇ ਵਿੱਚੋਂ ਪੁਰਤਗੀਜ਼ ਨੂੰ ਸੈਕ ਕਰ ਦਿਓ। ਠੀਕ ਹੈ ਜੀ, ਪੁਰਤਗੀਜ਼ ਨੂੰ ਘੇਰਾ ਪੈ ਗਿਆ ਹੁਗਲੀ ਦੇ ਵਿੱਚ। ਕਾਫੀ ਬਹਾਦਰੀ ਨਾਲ ਮੁਕਾਬਲਾ ਵੀ ਕੀਤਾ, ਪਰੰਤੂ ਮੁਗਲ ਸਮਰਾਜ ਦੀ ਜਿਹੜੀ ਉਸ ਸਮੇਂ ਪਾਵਰ ਸੀ, ਉਸ ਦੇ ਮੁਕਾਬਲੇ ਪੁਰਤਗੀਜ਼ ਲੈਂਡ 'ਤੇ ਕਿਤੇ ਸਟੈਂਡ ਨਹੀਂ ਕਰ ਸਕਣ। ਵਾਟਰ 'ਤੇ ਭਾਵੇਂ ਕਰ ਲੈਣ, ਵਾਟਰ 'ਤੇ ਮੁਗਲ ਧਿਆਨ ਹੀ ਨਹੀਂ ਦਿੰਦੇ ਸਨ, ਨੇਵੀ ਵਗੈਰਾ ਦੇ ਵਿੱਚ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀ। ਲੈਂਡ 'ਤੇ ਕਿਤੇ ਸਟੈਂਡ ਨਹੀਂ ਕਰ ਸਕਦੇ ਸਨ, ਅਤੇ ਉਹਨਾਂ ਨੇ ਹੁਗਲੀ ਸੈਕ ਕਰਕੇ ਰੱਖ ਦਿੱਤਾ ਜੀ, ਹੁਗਲੀ ਦੇ ਵਿੱਚੋਂ ਭਜਾ ਦਿੱਤਾ। ਹੌਲੀ ਹੌਲੀ ਇਹਨਾਂ ਕਾਰਨਾਂ ਕਰਕੇ ਭਾਰਤ ਦੇ ਵਿੱਚ ਜਿਹੜੀ ਪੁਰਤਗਾਲ ਦੀ ਪਾਵਰ ਸੀ ਉਹ ਸੁੰਗੜਦੀ ਗਈ, ਘਟਦੀ ਗਈ, ਅਤੇ ਬੇਸਿਕਲੀ ਉਹਨਾਂ ਕੋਲ 3 ਪੋਰਟ ਹੀ ਰਹਿ ਗਏ ਜੀ। ਠੀਕ ਹੈ ਨਾ, ਗੋਆ, ਦੀਊ ਅਤੇ ਦਮਨ। ਠੀਕ ਹੈ, ਇਸ ਦੇ ਵਿੱਚ ਇੱਕ ਇੰਪੋਰਟੈਂਟ ਘਟਨਾ ਹੋਰ ਹੁੰਦੀ ਹੈ ਕਿ 1661 ਦੇ ਵਿੱਚ, ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਬੰਬੇ ਕਿਹਦੇ ਕੋਲ ਸੀ, ਪੁਰਤਗਾਲੀਆਂ ਕੋਲ ਸੀ। 1661 ਦੇ ਵਿੱਚ ਜਿਹੜਾ ਪੁਰਤਗਾਲ ਦਾ ਕਿੰਗ ਸੀ, ਉਹ ਆਪਦੀ ਭੈਣ ਦਾ ਵਿਆਹ ਕਰ ਦਿੰਦਾ ਹੈ ਜੀ ਇੰਗਲੈਂਡ ਦੇ ਰਾਜੇ ਨਾਲ, ਜਾਂ ਬ੍ਰਿਟੇਨ ਦੇ ਰਾਜੇ ਨਾਲ। ਠੀਕ ਹੈ ਜੀ, ਅਤੇ ਉਸ ਨੂੰ ਦਹੇਜ ਵਜੋਂ ਬੰਬੇ ਦਿੰਦਾ। ਬੰਬੇ ਦਾ ਜਿਹੜਾ ਸ਼ਹਿਰ ਹੈ, ਇਹ ਨਹੀਂ ਕਿ ਪੁਰਤਗਾਲੀ ਅਤੇ ਅੰਗਰੇਜ਼ ਹਰ ਸਮੇਂ ਲੜਦੇ ਰਹਿੰਦੇ ਸਨ। ਯੂਰਪੀਅਨ ਕੌਮਾਂ ਸੀ, ਇਹ ਇੰਡੀਆ ਵਾਲਾ ਹਿਸਾਬ ਨਹੀਂ ਸੀ ਕਿ ਜਿਹੜੀਆਂ ਇੱਥੇ ਲੜਦੇ ਰਹੇ ਹਮੇਸ਼ਾ 50 ਸਾਲਾਂ ਲਈ, 60 ਸਾਲ ਲਈ ਲੜਦੇ ਰਹੇ। ਆਪਣੇ ਲਾਲਚ ਕਰਕੇ ਲੜਦੇ ਸਨ, ਗਰੀਡ ਕਰਕੇ ਲੜਦੇ ਸਨ, ਅਤੇ ਗਰੀਡ ਕਰਕੇ ਇਕੱਠੇ ਵੀ ਹੋ ਜਾਂਦੇ ਸਨ। ਤਾਂ ਬੇਸਿਕਲੀ ਪੋਲੀਟੀਕਲ ਜਿਹੜੇ ਇਵੈਂਟਸ ਸਨ, ਉਹਨਾਂ ਨੇ ਥੋੜ੍ਹਾ ਟਰਨ ਆਊਟ ਲਿਆ 1661 ਦੇ ਵਿੱਚ, ਅਤੇ ਪੁਰਤਗਾਲ ਅਤੇ ਇੰਗਲੈਂਡ ਦੇ ਵਿਆਹ ਸੰਬੰਧ ਸਥਾਪਿਤ ਹੋਏ ਰਾਜ ਪਰਿਵਾਰਾਂ ਦੇ। ਤਾਂ ਉਹਨਾਂ ਨੇ ਬੰਬੇ ਦਹੇਜ ਦੇ ਵਿੱਚ ਦੇ ਦਿੱਤਾ। ਚਾਰਲਸ ਨਾਂ ਦਾ ਰਾਜਾ ਸੀ, ਚਾਰਲਸ 1 ਜਾਂ 3 ਸੀ ਸ਼ਾਇਦ। ਠੀਕ ਹੈ, ਉਸ ਨੂੰ ਦਹੇਜ ਦੇ ਵਿੱਚ ਦੇ ਦਿੱਤਾ। ਦੇਖੋ, ਨਾਮ ਇੰਪੋਰਟੈਂਟ ਨਹੀਂ ਹਨ ਇੰਨੇ, ਕਿਉਂ ਇਹ ਆਪਾਂ ਇੰਨਾ ਕਾਹਲੀ ਕਰ ਰਹੇ ਹਾਂ। ਜਿਹੜੇ ਸਿਟੀਜ਼ ਨੇ, ਕਿਹੜੇ ਕਿਹੜੇ ਸਿਟੀਜ਼ ਦੇ ਵਿੱਚ ਉਹਨਾਂ ਦਾ ਹੋਲਡ ਸੀ, ਕਿਹੜੇ ਕਿਹੜੇ ਸਿਟੀਜ਼ ਦੇ ਵਿੱਚ ਉਹਨਾਂ ਦੇ ਫੈਕਟਰੀਆਂ ਸਨ, ਇਹ ਇੰਪੋਰਟੈਂਟ ਨੇ। ਇਹਨਾਂ ਦੇ ਵਿੱਚੋਂ ਕੁਐਸਚਨ ਆ ਜਾਂਦਾ ਹੈ। ਠੀਕ ਹੈ, ਜਿਸ ਤਰ੍ਹਾਂ ਹੁਣ ਬੰਬੇ, ਸੂਰਤ, ਦੀਊ, ਦਮਨ, ਇਹ ਸਾਰੇ ਸ਼ਹਿਰਾਂ ਦੇ ਆਪਾਂ ਨਾਂ ਲੈ ਰਹੇ ਹਾਂ। ਕਈ ਵਾਰ ਇਸ ਦਾ ਕੁਐਸਚਨ ਆ ਜਾਂਦਾ ਕਿ ਤੁਹਾਨੂੰ 4 ਸ਼ਹਿਰਾਂ ਦੀ ਲਿਸਟ ਦੇ ਦਿੱਤੀ ਜਾਂਦੀ ਹੈ, ਅਤੇ ਦੱਸੋ ਇਸ ਦੇ ਵਿੱਚ ਕਿਹੜਾ ਪੁਰਤਗਾਲੀ ਪੋਰਟ ਜਾਂ ਕਿਹੜੀ ਪੁਰਤਗਾਲੀ ਫੈਕਟਰੀ ਨਹੀਂ ਹੈ। ਤਾਂ ਬੇਸਿਕਲੀ ਜੇ ਅਸੀਂ ਟੌਪਿਕ ਨਾਲ ਸਾਡੀ ਜਾਣ ਪਛਾਣ ਹੋਊਗੀ ਤਾਂ ਇਹੋ ਜਿਹੇ ਕੁਐਸਚਨ ਅਸੀਂ ਸਿੰਪਲੀ ਟੈਕਲ ਕਰ ਸਕਦੇ ਹਾਂ। ਠੀਕ ਹੈ, ਤਾਂ 1661 ਦੇ ਵਿੱਚ ਬੰਬੇ ਪੁਰਤਗਾਲੀਆਂ ਨੇ ਦਹੇਜ ਦੇ ਵਿੱਚ ਦੇ ਦਿੱਤਾ ਅੰਗਰੇਜ਼ਾਂ ਨੂੰ, ਅੰਗਰੇਜ਼ਾਂ ਦੇ ਰਾਜੇ ਨੂੰ। ਠੀਕ ਹੈ, ਤਾਂ ਹੌਲੀ ਹੌਲੀ ਪਾਵਰ ਘਟਦੀ ਗਈ। ਬੰਬੇ ਦੇ ਡਿਵੈਲਪ ਹੋਣ ਨਾਲ ਗੋਆ ਵੱਲ ਧਿਆਨ ਲੋਕਾਂ ਦਾ ਘਟ ਗਿਆ। ਠੀਕ ਹੈ, ਕਿਸੇ ਨੂੰ ਕੋਈ ਪਰਵਾਹ ਹੀ ਨਹੀਂ ਰਹੀ ਕਿ ਗੋਆ ਕਿਹਦੇ ਕੋਲ ਹੈ। ਬੰਬੇ, ਸੂਰਤ ਅਤੇ ਹੋਰ ਪੋਰਟ ਇੰਨੇ ਸਨ, ਉਸ ਦੇ ਪਿੱਛੇ ਮਾਰਾਮਾਰੀ ਚੱਲ ਰਹੀ ਸੀ। ਠੀਕ ਹੈ ਜੀ, ਤਾਂ ਜਿਹੜੇ ਗੋਆ, ਦੀਊ ਅਤੇ ਦਮਨ ਸੀ, ਇਹ 1961 ਤੱਕ ਪੁਰਤਗਾਲ ਦੇ ਅਧੀਨ ਰਹੇ। ਭਾਰਤ ਦੇ ਵਿੱਚ ਆਉਣ ਵਾਲੀ ਪਹਿਲੀ ਯੂਰਪੀਅਨ ਪਾਵਰ ਵੀ ਕੌਣ ਸੀ? ਪੁਰਤਗਾਲ ਸੀ, ਅਤੇ ਲਾਸਟ ਦੇ ਵਿੱਚ ਜਾਣ ਵਾਲੀ ਵੀ ਕੀ ਸੀ? ਪੁਰਤਗਾਲ। ਠੀਕ ਹੈ, 1961 ਦੇ ਵਿੱਚ ਭਾਰਤੀ ਫੌਜ ਨੇ ਆਪਰੇਸ਼ਨ ਵਿਜੇ ਦੇ ਦੁਆਰਾ, ਠੀਕ ਹੈ ਜੀ, ਪੁਰਤਗਾਲੀਆਂ ਨੂੰ, ਪੁਲਿਸ ਐਕਸ਼ਨ ਹੀ ਕਹਿ ਸਕਦੇ ਹੋ, ਫੌਜ ਐਕਸ਼ਨ ਵੀ ਕਹਿ ਸਕਦੇ ਹੋ। ਠੀਕ ਹੈ ਜੀ, ਪੁਰਤਗਾਲੀਆਂ ਨੂੰ ਬਾਹਰ ਕੱਢਿਆ।
ਸਿੰਪਲੀ ਨਹੀਂ ਮੰਨੇ ਸਨ। जिस तरह फ्रांस ਜਾਂ ਹੋਰ ਕਲੋਨੀਅਲ ਦੇਸ਼ ਸਨ, ਉਹਨਾਂ ਨੇ ਆਪਣੀਆਂ ਬਸਤੀਆਂ ਸੀ ਉਹ ਇੰਡੀਅਨ ਸਰਕਾਰ ਦੇ ਹਵਾਲੇ ਕਰ ਦਿੱਤੀਆਂ ਸਨ। 1947 ਤੋਂ ਬਾਅਦ ਇਹਨਾਂ ਨੂੰ ਫੌਜੀ ਐਕਸ਼ਨ ਦੇ ਦੁਆਰਾ, ਫੌਜੀ ਕਾਰਵਾਈ ਦੇ ਦੁਆਰਾ ਭਾਰਤ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੀ। ਗੋਆ, ਦੀਊ ਤੇ ਦਮਨ 1961 ਤੱਕ ਪੁਰਤਗਾਲੀਆਂ ਦੇ ਕੋਲ ਰਹੇ। ਠੀਕ ਹੈ, ਇਹ ਤਾਂ ਹੋ ਗਿਆ ਉਹਨਾਂ ਦਾ ਸਫ਼ਰ, ਜਿਹੜਾ 100 ਜਾਂ 150 ਸਾਲ ਉਹਨਾਂ ਨੇ ਭਾਰਤੀ ਵੋਟਾਂ 'ਤੇ ਆਪਣਾ ਅਧਿਕਾਰ ਬਣਾਈ ਰੱਖਿਆ, ਪ੍ਰਮੁੱਖ ਪਾਵਰ ਬਣੇ ਰਹੇ। ਹੁਣ ਉਹਨਾਂ ਦਾ ਸਿਗਨੀਫਿਕੈਂਸ ਕੀ ਹੈ? ਪੁਰਤਗੀਜ਼ ਦੇ ਆਉਣ ਨਾਲ ਇੰਡੀਆ ਦੇ ਜੀਵਨ ਦੇ ਵਿੱਚ ਕੀ ਚੇਂਜਾਂ ਹੋਈਆਂ? ਠੀਕ ਹੈ, ਪਹਿਲਾਂ ਕੀ ਸੀ? ਉਹਨਾਂ ਨੇ ਰਾਹ ਖੋਲ੍ਹ ਦਿੱਤਾ ਜੀ। ਠੀਕ ਹੈ, ਪਾਇਨੀਅਰ ਸਨ ਉਹ ਭਾਰਤ ਦੇ ਵਿੱਚ ਆਉਣ ਵਾਲੇ। ਜਦੋਂ ਉਹ ਆਏ ਤਾਂ ਉਹਨਾਂ ਨੂੰ ਵੇਖ ਕੇ ਪਿੱਛੇ ਹੋਰ ਪਾਵਰਾਂ ਵੀ ਆਈਆਂ। ਠੀਕ ਹੈ, ਦੂਜਾ ਜਿਹੜਾ ਪਾਵਰ ਮੇਨ ਆ ਜੀ, ਠੀਕ ਹੈ, ਕ੍ਰਿਸਚੀਅਨ ਧਰਮ ਦਾ ਪ੍ਰਚਾਰ ਹੋਇਆ ਭਾਰਤ ਦੇ ਵਿੱਚ। ਠੀਕ ਹੈ, ਇੱਕ ਬੜੇ ਫੇਮਸ ਸੇਂਟ ਸਨ ਫ੍ਰਾਂਸਿਸ ਜ਼ੇਵੀਅਰ। ਲਗਭਗ ਹਰੇਕ ਵੱਡੇ ਸ਼ਹਿਰ ਦੇ ਵਿੱਚ ਸੇਂਟ ਜ਼ੇਵੀਅਰ ਨਾਂ ਦਾ ਸਕੂਲ ਹੁੰਦਾ ਹੈ। ਫ੍ਰਾਂਸਿਸ ਜ਼ੇਵੀਅਰ ਇੱਕ ਸੇਂਟ ਸਨ ਜਿਹੜੇ ਪੁਰਤਗਾਲੀਆਂ ਦੇ ਸਮੇਂ ਦੇ ਨਾਂ ਵਿੱਚ ਭਾਰਤ ਆਏ ਸਨ, ਜਹਾਜ਼ਾਂ 'ਤੇ ਭਾਰਤ ਆਏ ਸਨ, ਅਤੇ ਉਹਨਾਂ ਨੇ ਕ੍ਰਿਸਚੀਅਨਿਟੀ ਦਾ ਪ੍ਰਚਾਰ ਕੀਤਾ ਸੀ ਭਾਰਤ ਦੇ ਵਿੱਚ। ਬੜੇ ਸਤਿਕਾਰਯੋਗ ਸੰਤ ਨੇ ਇਹ ਕ੍ਰਿਸਚੀਅਨ ਸਮਾਜ ਦੇ ਵਿੱਚ। ਤਾਂ ਪੁਰਤਗਾਲੀਆਂ ਦੇ ਸਮੇਂ ਭਾਰਤ ਦੇ ਵਿੱਚ ਆਏ ਸਨ। ਠੀਕ ਹੈ, ਦੂਜਾ ਇੱਕ ਉਹਨਾਂ ਨੇ ਬੜਾ ਹੋਰ ਇੰਪੋਰਟੈਂਟ ਕਰਨਾ ਹੋਇਆ, 1556 ਦੇ ਵਿੱਚ ਗੋਆ ਦੇ ਵਿੱਚ ਪਹਿਲੀ ਪ੍ਰਿੰਟਿੰਗ ਪ੍ਰੈਸ ਭਾਰਤ ਦੀ ਲਗਾਈ ਸੀ। ਯੂਰਪੀਅਨ ਕੰਟਰੀਜ਼ ਆਈਆਂ, ਆਪਣੇ ਨਾਲ ਟੈਕਨੋਲੋਜੀ ਲੈ ਕੇ ਆਈਆਂ। ਠੀਕ ਹੈ ਜੀ, ਤਾਂ ਪ੍ਰਿੰਟਿੰਗ ਪ੍ਰੈਸ ਨੂੰ ਭਾਰਤ ਦੇ ਵਿੱਚ ਸ਼ੁਰੂ ਕਰਨ ਦਾ ਸਿਹਰਾ ਜਿਹੜਾ ਉਹ ਵੀ ਪੁਰਤਗਾਲੀਆਂ ਦੇ ਸਿਰ ਜਾਂਦਾ ਹੈ। ਠੀਕ ਹੈ, ਤੀਜੀ ਵੱਡੀ ਸੀ ਮਿਲਟਰੀ ਟੈਕਨੋਲੋਜੀ ਦੇ ਵਿੱਚ ਉਹਨਾਂ ਨੇ ਬੜੀ ਵੱਡੇ ਪਰਿਵਰਤਨ ਲਿਆਂਦੇ। ਠੀਕ ਹੈ ਜੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕੈਨਨ ਲੋਡਡ ਸ਼ਿਪਸ। ਠੀਕ ਹੈ, ਸ਼ਿਪਸ ਦੇ ਉੱਤੇ ਕੈਨਨ ਲੋਡ ਕਰਨੀਆਂ ਪਹਿਲੀ ਵਾਰ ਇੰਡੀਆ ਨੇ ਪੁਰਤਗਾਲੀਆਂ ਕੋਲ ਹੀ ਵੇਖੀਆਂ ਸੀ ਕਿ ਸ਼ਿਪਸ ਨੂੰ ਵੀ ਇਸ ਤਰ੍ਹਾਂ ਆਮ ਕੀਤਾ ਜਾ ਸਕਦਾ। ਠੀਕ ਹੈ ਜੀ, ਪਹਿਲਾਂ ਵੀ ਨੇਵੀ ਵਾਰਫੇਅਰ ਹੁੰਦਾ ਸੀ ਪਰ ਕੈਨਨ ਵਾਲਾ ਕੋਈ ਕੰਸੈਪਟ ਨਹੀਂ ਸੀ ਕਿ ਸ਼ਿਪਸ ਦੇ ਉੱਤੇ ਕੈਨਨ ਰੱਖ ਕੇ। ਬੜੇ ਵਧੀਆ ਐਕਚੁਅਲੀ ਜਿਹੜੇ ਪੁਰਤਗੀਜ਼ ਸਨ, ਇਹਨਾਂ ਦੀ ਸ਼ਿਪ ਬਿਲਡਿੰਗ ਬਹੁਤ ਐਡਵਾਂਸ ਸੀ। ਡਬਲ ਡੈਕਰ ਜਹਾਜ਼ ਬਣਾਉਣ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਅਵਲ ਸਨ। ਠੀਕ ਹੈ, ਪਾਇਰੇਟਸ ਆਫ ਦਾ ਕੈਰੀਬੀਅਨ ਤੁਸੀਂ ਫਿਲਮ ਦੇਖੀ ਹੋਣੀ ਆ, ਉਹ 'ਚ ਡਬਲ ਡੈਕਰ ਜਹਾਜ਼ ਹੁੰਦੇ ਹਨ। ਤਾਂ ਉਸ ਤਰ੍ਹਾਂ ਦੇ ਜਹਾਜ਼, ਉਸ ਤਰ੍ਹਾਂ ਦੀਆਂ ਨੈਵੀਗੇਸ਼ਨ ਸਕਿੱਲ ਸਭ ਨਾਲੋਂ ਪਹਿਲਾਂ ਪੁਰਤਗਾਲ ਨੇ ਡਿਵੈਲਪ ਕੀਤੀਆਂ। ਦੇਖੋ ਮਜਬੂਰੀ ਸੀ ਕਿਉਂਕਿ ਬਿਲਕੁਲ ਫਾਰ ਈਸਟ ਵੈਸਟ ਦੇ ਵਿੱਚ ਸਨ, ਯੂਰਪ ਦੇ ਵਿੱਚ। ਤਾਂ ਇਹਨਾਂ ਨੂੰ ਆਪਣਾ ਵਪਾਰ ਬਚਾਉਣ ਲਈ ਸਮੁੰਦਰ ਦੇ ਵਿੱਚ ਆਉਣਾ ਪੈਣਾ ਸੀ। ਠੀਕ ਹੈ ਜੀ, ਤਾਂ ਉਸ ਕਰਕੇ ਲੋਡ ਕਾਰਡ ਦੀ ਮਾਂ। ਠੀਕ ਹੈ ਜੀ, ਇਹਨਾਂ ਦੀਆਂ ਇਨਵੈਂਸ਼ਨ ਸਾਇੰਟੀਫਿਕ ਬੜੀਆਂ ਨੇ ਸ਼ਿਪ ਬਿਲਡਿੰਗ ਦੇ ਵਿੱਚ। ਠੀਕ ਹੈ ਜੀ, ਚੌਥਾ ਜਿਹੜਾ ਹੈ ਹੋਰ ਇੰਪੋਰਟੈਂਟ ਫੈਕਟਰ ਹੈ ਉਹ ਹੈ ਜੀ ਤੰਬਾਕੂ ਕਲਟੀਵੇਸ਼ਨ। ਤੰਬਾਕੂ ਪਹਿਲਾਂ ਵੀ ਇੰਡੀਆ 'ਚ ਨੋਨ ਸੀ ਪਰ ਕਲਟੀਵੇਸ਼ਨ ਇਸ ਦੀ ਪੁਰਤਗੀਜ਼ ਨੇ ਸ਼ੁਰੂ ਕਰਵਾਈ ਭਾਰਤ ਦੇ ਵਿੱਚ। ਠੀਕ ਹੈ, ਤਾਂ ਇਹ ਕੁਝ ਇੰਪੋਰਟੈਂਟ ਫੈਕਟਰ ਸਨ, ਇੰਪੋਰਟੈਂਟ ਪ੍ਰਭਾਵ ਸਨ ਜਿਹੜੇ ਭਾਰਤੀ ਸਮਾਜ 'ਤੇ ਪੁਰਤਗਾਲ ਨੇ ਛੱਡੇ। ਠੀਕ ਹੈ ਜੀ, ਤੇ ਇੱਕ ਬੇਸਿਕਲੀ ਇਹਨਾਂ ਨੇ ਰਾਹ ਖੋਲ੍ਹ ਦਿੱਤਾ। 1498 ਦੀ ਘਟਨਾ ਨੇ ਭਾਰਤ ਦੀ ਮਾਡਰਨ ਹਿਸਟਰੀ ਦੀ ਸ਼ੁਰੂਆਤ ਕਰਨ ਦੀ ਨੀਂਹ ਰੱਖ ਦਿੱਤੀ ਅਤੇ ਯੂਰਪੀਅਨ ਪਾਵਰਸ ਦਾ ਭਾਰਤ ਦੇ ਵਿੱਚ ਆਉਣਾ ਸਟਾਰਟ ਹੋ ਗਿਆ ਅਤੇ ਅੱਗੇ ਜਾ ਕੇ ਭਾਰਤ ਅੰਗਰੇਜ਼ਾਂ ਦੀ ਗੁਲਾਮੀ ਬੰਨੀ ਵੱਧ ਗਿਆ ਇਹ ਘਟਨਾਵਾਂ ਦੇ ਕਾਰਨ। ਠੀਕ ਹੈ ਜੀ, ਤਾਂ ਅੱਜ ਅਸੀਂ ਇਹ ਪੁਰਤਗੀਜ਼ ਬਾਰੇ ਗੱਲ ਕੀਤਾ। ਆਉਣ ਵਾਲੇ ਲੈਕਚਰਾਂ ਦੇ ਵਿੱਚ ਅਸੀਂ ਹੋਰ ਜਿਹੜੀਆਂ ਪਾਵਰਸ ਨੇ, ਡੱਚ ਨੇ, ਫਰੈਂਚ ਨੇ, ਇੰਗਲਿਸ਼ ਨੇ, ਉਹਨਾਂ ਬਾਰੇ ਗੱਲ ਕਰਾਂਗੇ ਅਤੇ ਅੱਗੇ ਭਾਰਤ ਦੀ ਮਾਡਰਨ ਹਿਸਟਰੀ ਵਿੱਚ ਕੰਟੀਨਿਊ ਕਰਾਂਗੇ। ਧੰਨਵਾਦ ਜੀ ਸਾਰਿਆਂ ਨੂੰ।